ਸਨਮਾਨਯੋਗ ਗੁਰੂ ਪਿਆਰਿਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਮਿਸ਼ਨ ਕਾਲਜ ਲੁਧਿਆਣਾ ਵੱਲੋਂ ਐਸਐਮਸੀ ਗੁਰਮਤਿ ਕਲਾਸ USA ਵਿੱਚ ਆਪ ਸਾਰਿਆਂ ਨੂੰ ਜੀ ਆਇਆਂ। ਆਪ ਸਾਰਿਆਂ ਦਾ ਸਵਾਗਤ ਹੈ। ਅੱਜ ਦਾ ਸਾਡਾ ਵਿਸ਼ਾ ਉਹਨਾਂ ਸ਼ਹੀਦੀ ਦਿਹਾੜਿਆਂ ਦੇ ਨਾਲ ਹੈ ਜੋ ਸਨ 1704 ਵਿੱਚ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਵੱਲੋਂ ਅਨੰਦਪੁਰ ਸਾਹਿਬ ਦਾ ਇਲਾਕਾ ਖਾਲੀ ਕਰਨ ਤੋਂ ਬਾਅਦ ਜੋ ਸ਼ਹੀਦੀਆਂ ਹੋਈਆਂ ਉਹਨਾਂ ਦਾ ਜ਼ਿਕਰ ਅਸੀਂ ਪਹਿਲਾਂ ਵੀ ਕੀਤਾ ਹੈ। ਹਾਲਾਂਕਿ ਮੂਲ ਨਾਨਕਸ਼ਾਹੀ ਕੈਲੰਡਰ ਮੁਤਾਬਕ 21 ਤੇ 26 ਦਸੰਬਰ 2 ਦਿਨਾਂ ਦਾ ਸਮਾਂ ਹੈ। ਵੱਡੇ ਸਾਹਿਬਜ਼ਾਦੇ ਦੀ ਸ਼ਹਾਦਤ 21 ਤਰੀਕ ਦੀ ਔਰ ਛੋਟੇ ਸਾਹਿਬਜ਼ਾਦੇ ਦੀ ਸ਼ਹਾਦਤ 26 ਤਰੀਕ ਦੀ, ਪਰ ਦੂਜੇ ਕੈਲੰਡਰ ਮੁਤਾਬਕ ਇਹ 23 ਤੇ 28 ਤਰੀਕ ਐਤਕੀ ਮਨਾਇਆ ਗਿਆ। ਐਨੀ ਹੋ ਸ਼ਹਾਦਤਾਂ ਨੂੰ ਮਨਾਉਣ ਦਾ ਦਿਨ ਅੱਗੇ ਪਿੱਛੇ ਹੋ ਸਕਦਾ ਹੈ, ਲੇਕਿਨ ਕੌਮੀ ਤੌਰ ਤੇ ਸਾਨੂੰ ਇਹ ਦਿਹਾੜੇ ਇੱਕੋ ਤਰੀਕਾਂ ਤੇ ਹੀ ਮਨਾਉਣੇ ਚਾਹੀਦੇ ਹਨ। ਤੇ ਉਹ ਸ਼ਹੀਦੀਆਂ ਦੀ ਦਾਸਤਾਨ ਅਸੀਂ ਪਹਿਲਾਂ ਵੀ ਸਾਂਝੀ ਕੀਤੀ ਆਪ ਜੀ ਦੇ ਨਾਲ, ਸਾਕਾ ਚਮਕੌਰ ਦਿਸ। ਤੇ ਅੱਜ ਡਾਕਟਰ ਅਵਤਾਰ ਸਿੰਘ ਜੀ ਕਾਲਾ ਸਿੰਘਿਆ ਜੋ UK ਰਹਿੰਦੇ ਹਨ, ਉਹ ਸਾਡੇ ਨਾਲ ਸ਼ਾਮਲ ਹਨ। ਉਹਨਾਂ ਨੂੰ ਬੇਨਤੀ ਕੀਤੀ ਸੀ ਵੀ ਸ਼ਹਾਦਤਾਂ ਦਾ ਇੱਕ ਅਧਿਐਨ, ਇਹਨਾਂ ਦਾ ਰਾਜ, ਇਹ ਸ਼ਹਾਦਤਾਂ ਦੀ ਰਿਜ਼ਲਟ ਕੁਛ ਇਹੋ ਜਿਹੀ ਵਿਸ਼ਲੇਸ਼ਣ ਕਰਕੇ ਸਾਡੇ ਨਾਲ ਇਹਨਾਂ ਸ਼ਹਾਦਤਾਂ ਦਾ ਸਾਂਝਾ ਕਰੋ। ਤਾਂ ਅੱਜ ਹਾਜ਼ਰ ਹਾਂ। ਬੇਨਤੀ ਕਰ ਰਿਹਾ ਵੀਰ ਜੀ ਅਵਤਾਰ ਸਿੰਘ ਜੀ, ਕਿਰਪਾ ਕਰੋ ਜੀ ਡਾਕਟਰ ਸਾਹਿਬ। तो ਇਹ ਸਾਕਾ ਚਮਕੌਰ, ਸਾਕਾ ਸਰਹੰਦ ਔਰ ਉਹਨਾਂ ਹਾਲਤਾਂ ਦੇ ਵਿੱਚ ਇੰਨੀ ਦ੍ਰਿੜਤਾ, ਇੰਨੀ ਦਲੇਰੀ ਔਰ ਉਹਦਾ ਰਿਜ਼ਲਟ ਕੀ ਸੀ, ਇਹ ਸ਼ਹਾਦਤਾਂ ਸਾਡੇ ਨਾਲ ਸਾਂਝੀਆਂ ਕਰੋ। ਅੱਜ ਆਪ ਜੀ ਨੂੰ ਬੇਨਤੀ ਕਰ ਰਹੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ। ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਅਹਿਮ ਵਿਸ਼ਾ ਹਰਜੀਤ ਸਿੰਘ ਹੋਰਾਂ ਨੇ ਮੈਨੂੰ ਦਿੱਤਾ ਹੈ ਤੇ ਉਹਦੇ ਲਈ ਮੈਂ ਇਹਨਾਂ ਦਾ ਧੰਨਵਾਦ ਕਰਦਾ। ਸ਼ਹੀਦੀਆਂ ਦਾ ਇਤਿਹਾਸ ਆਪਾਂ ਅਕਸਰ ਦੁਹਰਾਉਂਦੇ ਹਾਂ, ਸੁਣਦੇ ਹਾਂ, ਪੜ੍ਹਦੇ ਹਾਂ। ਇਸ ਵੇਲੇ ਸੋਸ਼ਲ ਮੀਡੀਆ ਦੇ ਉੱਤੇ ਵੀ ਬਹੁਤ ਸਾਰਾ ਮਟੀਰੀਅਲ ਪਿਆ ਹੈ। ਬੇਸ਼ੱਕ ਬਹੁਤ ਕੁਝ ਪੂਰਨ ਤੌਰ ਤੇ ਸਹੀ ਨਹੀਂ ਹੁੰਦਾ, ਪਰ ਫਿਰ ਵੀ ਬਹੁਤ ਕੁਝ ਪੜ੍ਹਿਆ, ਸੁਣਿਆ, ਵੇਖਿਆ ਜਾਂਦਾ ਹੈ। ਮੈਨੂੰ ਇਹਨਾਂ ਨੇ ਇੱਕ ਅਧਿਐਨ ਦਾ ਵਿਸ਼ਾ ਦਿੱਤਾ ਹੈ। ਕੀ ਕਾਰਨ ਹੈਗੇ ਨੇ, ਆਪਾਂ ਉਹ ਚੀਜ਼ਾਂ ਵੇਖਣ ਦਾ ਯਤਨ ਕਰਨਾ ਹੈ। ਉਹ ਕਿਹੜੇ ਕਾਰਨ ਹੈ ਜਿਨ੍ਹਾਂ ਦੇ ਕਰਕੇ ਆਨੰਦਪੁਰ ਸਾਹਿਬ ਨੂੰ 8 ਮਹੀਨੇ ਤੋਂ ਘੇਰਾ ਪਿਆ ਹੋਇਆ। ਉਹਨਾਂ ਦੇ ਪਿੱਛੇ ਪਿਛੋਕੜ ਕੀ ਹੈ, ਉਹਦੀ ਬੈਕਗਰਾਉਂਡ ਕੀ ਹੈ, ਕਿ ਜਿਹੜੇ ਲੋਕ ਮਨੁੱਖਤਾ ਦੇ ਭਲੇ ਵਾਸਤੇ ਸਾਰਾ ਕੁਝ ਹੀ ਕੁਰਬਾਨ ਕਰਨ ਨੂੰ ਤਿਆਰ ਹੈ ਔਰ ਕਰ ਰਹੇ ਨੇ, ਔਰ ਹਰ ਇੱਕ ਦੀ ਮਦਦ ਕਰਨ ਵਾਸਤੇ ਹਮੇਸ਼ਾ ਤਿਆਰ ਰਹਿੰਦੇ ਹੈ, ਉਹਨਾਂ ਦੇ ਖਿਲਾਫ ਰਾਜਨੀਤਿਕ ਤੌਰ ਦੇ ਉੱਤੇ ਏਡਾ ਵੱਡਾ ਜਹਾਦ ਖੜਾ ਕਰ ਦਿੱਤਾ ਗਿਆ ਕਿ ਉਹਦਾ ਜਿਹੜਾ ਅੰਤ ਹੈ ਉਹ ਇਸ ਹਫ਼ਤੇ ਦੇ ਵਿੱਚ ਚਮਕੌਰ ਦੀ ਕੱਚੀ ਗੜੀ ਜਾਂ ਸਰਹੰਦ ਦੀ ਦੀਵਾਰ ਤੱਕ ਜਾ ਕੇ ਪਹੁੰਚਾ ਹੈ। ਮੈਂ ਏਦਾਂ ਮਹਿਸੂਸ ਕਰਦਾ ਕਿ ਕਾਰਨ ਕੋਈ ਨਿੱਜੀ ਨਹੀਂ ਸਨ, ਸ਼ਖਸੀ ਨਹੀਂ ਸਨ। ਅਕਸਰ ਰਾਜਨੀਤਿਕ ਲੜਾਈਆਂ ਦੇ ਕਾਰਨ ਜ਼ਰ ਜ਼ੋਰੂ ਜ਼ਮੀਨੀ ਹੁੰਦੀ ਹੈ, ਜਾਂ ਔਰਤ ਹੈ, ਜਾਂ ਜ਼ਮੀਨ ਹੈ, ਜਾਂ ਧਨ ਦੌਲਤ ਹੈ। ਪਰ ਇੱਥੇ ਸਭ ਕੁਝ ਹੀ ਇਸ ਤੋਂ ਉਲਟ ਹੈ। ਇੱਕ ਪਾਸੇ ਉਹ ਤਾਕਤਾਂ ਨੇ ਜਿਹੜੀਆਂ ਇਹਨਾਂ ਤਿੰਨਾਂ ਵਾਸਤੇ ਲੜ ਰਹੀਆਂ ਨੇ, ਤੇ ਉਹਨਾਂ ਦਾ ਮੁਕਾਬਲਾ ਕਰਨ ਵਾਸਤੇ ਉਹ ਤਾਕਤ ਹੈ ਜਿਹੜੀ ਇਹਨਾਂ ਤਿੰਨਾਂ ਤੋਂ ਹੀ ਉੱਪਰ ਹੈ, ਜਿਨ੍ਹਾਂ ਵਾਸਤੇ ਇਹ ਤਿੰਨਾਂ ਦੀ ਕੋਈ ਕੀਮਤ ਨਹੀਂ, ਕੋਈ ਬੁੱਕਤ ਨਹੀਂ ਹੈ, ਕੋਈ ਮਹਾਨਤਾ ਨਹੀਂ।
ਹੋਣਗੀਆਂ ਦੁਨੀਆ ਵਾਲਿਆਂ ਵਾਸਤੇ ਵੱਡੀਆਂ ਗੱਲਾਂ, ਪਰ ਉਹਨਾਂ ਵਾਸਤੇ ਨਹੀਂ ਹੈ। ਇੱਥੇ ਲੜਾਈ 10ਵੇਂ ਪਾਤਸ਼ਾਹ ਜੀ ਸਿੰਘਾਂ ਦੀ ਤੇ ਪਹਾੜੀ ਰਾਜਿਆਂ ਦੀ ਜਾਂ ਸਮੇਂ ਦੀ ਹਕੂਮਤ ਦੇ ਦਰਮਿਆਨ ਨਹੀਂ ਹੈ। ਇਹ ਲੜਾਈ ਇੱਕ ਸੋਚ ਦੀ ਹੈ। ਗੁਰੂ ਨਾਨਕ ਸਾਹਿਬ ਸਾਨੂੰ ਇੱਕ ਸੋਚ ਦਿੰਦੇ ਹੈ। ਗੁਰੂ ਨਾਨਕ ਸਾਹਿਬ ਕਰਾਮਾਤੀ ਨਹੀਂ ਹਨ, ਉਹ ਕਰਾਮਾਤਾਂ ਨਹੀਂ ਵਿਖਾਉਂਦੇ, ਉਹ ਇਨਕਲਾਬੀ ਨੇ, ਕ੍ਰਾਂਤੀਕਾਰੀ ਨੇ। ਉਹ ਇਨਕਲਾਬ ਲੈ ਕੇ ਆਉਂਦੇ ਨੇ। ਕਾਹਦਾ ਇਨਕਲਾਬ? ਇੱਕ ਸੋਚ ਦਾ ਇਨਕਲਾਬ। ਜਦੋਂ ਸਮਾਜ ਬੁਰੀ ਤਰ੍ਹਾਂ ਵੰਡਿਆ ਹੋਇਆ ਹੈ, ਕਿਤੇ ਜਾਤ ਪਾਤ ਦੇ ਨਾਂ ਤੇ ਵੰਡ ਪਈ ਹੋਈ ਹੈ, ਕਿਤੇ ਲਿੰਗ ਦੇ ਹਿਸਾਬ ਨਾਲ ਮਰਦ ਤੇ ਔਰਤ ਦੇ ਦਰਮਿਆਨ ਵੰਡ ਪਈ ਹੋਈ ਹੈ, ਕਿਤੇ ਉੱਚੇ ਤੇ ਨੀਵੇਂ ਦੇ ਸੰਬੰਧ ਵਿੱਚ ਵੰਡ ਪਈ ਹੋਈ ਹੈ, ਕਿਤੇ ਰੰਗ ਨਸਲ ਭੇਦ ਜਿੰਨੀਆਂ ਮਰਜ਼ੀ ਅਸੀਂ ਗਿਣਤੀ ਕਰ ਲਈਏ, ਹਰ ਥਾਂ ਦੇ ਉੱਤੇ ਸਮਾਜ ਵੰਡਿਆ ਹੋਇਆ ਹੈ। ਤੇ ਸਮਾਜ ਨੂੰ ਵੰਡਣ ਦੀ ਜਿਹੜੀ ਰੂਟ ਕਾਜ਼ ਹੈ, ਜਿਹੜਾ ਮੁੱਖ ਕਾਰਨ ਹੈ, ਉਹ ਇਹ ਹੈ ਕਿ ਉਸ ਵੇਲੇ ਦਾ ਸਮੇਂ ਦਾ ਜਿਹੜਾ ਧਾਰਮਿਕ ਆਗੂ ਹੈ, ਉਹ ਉਸ ਵੇਲੇ ਦਾ ਰਾਜਨੀਤਿਕ ਆਗੂ ਦੇ ਨਾਲ ਮਿਲ ਚੁੱਕਾ ਹੈ। ਇੱਕ ਵਾਰੀ ਮੈਂ ਅੱਗੇ ਗੱਲ ਕੀਤੀ ਸੀ ਸ਼ਾਇਦ ਇਸੇ ਕਲਾਸ ਦੇ ਵਿੱਚ, ਭਈ ਸੋਸ਼ਲ ਸਾਇੰਸ ਇਹ ਕਹਿੰਦੀ ਹੈ ਕਿ ਜਦੋਂ ਚਰਚ ਤੇ ਸਟੇਟ ਦਾ ਅਨਹੋਲੀ ਅਲਾਈਅੰਸ ਹੁੰਦਾ ਹੈ ਤੇ ਲੋਕਾਂ ਦਾ ਜੀਵਨਾ ਮੁਸ਼ਕਲ ਹੋ ਜਾਂਦਾ ਹੈ। ਰਾਜਨੀਤਿਕ ਲੋਕਾਂ ਨੇ ਸਧਾਰਨ ਲੋਕਾਂ ਨੂੰ ਲੁੱਟਣਾ ਹੈ, ਤੇ ਸਧਾਰਨ ਲੋਕਾਂ ਨੂੰ ਉਨੀ ਦੇਰ ਤੱਕ ਲੁੱਟ ਸਕਣਗੇ ਜਦੋਂ ਤੱਕ ਸਧਾਰਨ ਲੋਕ ਆਪਣੇ ਹੱਕਾਂ ਪ੍ਰਤੀ ਜਾਗਰੂਕ ਨਹੀਂ ਹੋਣਗੇ। ਤੇ ਸਟੇਟ ਦੇ ਨਾਲ ਰਲ ਕੇ, ਰਾਜਨੀਤਿਕ ਸ਼ਕਤੀਆਂ ਦੇ ਨਾਲ ਰਲ ਕੇ, ਉਸ ਵੇਲੇ ਦਾ ਜਿਹੜਾ ਧਾਰਮਿਕ ਆਗੂ ਹੈ, ਉਹ ਕਰਮਕਾਂਡਾਂ ਰਾਹੀਂ, ਵਹਿਮਾਂ ਭਰਮਾਂ ਰਾਹੀਂ, ਹੋਰ ਤਰ੍ਹਾਂ ਦੇ ਡਰ ਲਾਲਚਾਂ ਦੇ ਚੱਕਰ ਦੇ ਵਿੱਚ ਪਾ ਕੇ ਆਮ ਮਨੁੱਖਤਾ ਦੀ ਸੋਚਣ ਦੀ ਜਿਹੜੀ ਸ਼ਕਤੀ ਹੈ ਉਹਨੂੰ ਖਤਮ ਕਰਦਾ ਹੈ। ਇਹ ਗੱਲ ਖਾਸ ਧਿਆਨ ਮੰਗਦੀ ਹੈ। ਜਦੋਂ ਮਨੁੱਖ ਦੀ ਆਪਣੀ ਸੋਚਣ ਸ਼ਕਤੀ ਖਤਮ ਹੋ ਜਾਏਗੀ ਤਾਂ ਕੋਈ ਵੀ ਆਦਮੀ, ਕੋਈ ਵੀ ਤਾਕਤ, ਕੋਈ ਵੀ ਸ਼ਕਤੀ ਉਹਨੂੰ ਬਰਗਲਾ ਕੇ ਉਹਦੀ ਲੁੱਟ ਕਰਨੀ ਉਹਦੇ ਵਾਸਤੇ ਆਸਾਨ ਹੋ ਜਾਊਗੀ। ਧਾਰਮਿਕ ਆਗੂ ਉਸ ਵੇਲੇ ਦੀ ਆਮ ਜਨਤਾ ਦੀ ਜਿਹੜੀ ਸੋਚ ਸ਼ਕਤੀ ਹੈ ਉਹਨੂੰ ਖਤਮ ਕਰ ਰਿਹਾ ਹੈ। ਕਦੇ ਉਹਨੂੰ ਕਰਮਾਂ ਦਾ ਫਲ ਕਹਿ ਕੇ ਜ਼ੁਲਮ ਸਹਿਣ ਵਾਸਤੇ ਤਿਆਰ ਕਰਦਾ ਹੈ, ਕਦੇ ਜਾਤ ਪਾਤ ਦੇ ਨਾਂ ਤੇ ਤੂੰ ਤੇ ਪੈਦਾ ਹੀ ਵੱਡਿਆਂ ਦੀ ਸੇਵਾ ਕਰਨ ਵਾਸਤੇ ਹੋਇਆ, ਚੰਗੀ ਤਰ੍ਹਾਂ ਸੇਵਾ ਕਰੇਗਾ, ਹੋ ਸਕਦਾ ਅਗਲਾ ਜਨਮ ਜਿਹੜਾ ਹੈ ਉਹ ਤੈਨੂੰ ਚੰਗੇ ਘਰ ਦੇ ਵਿੱਚ ਮਿਲ ਜਾਵੇ ਤੇ ਤੇਰਾ ਜੀਵਨ ਸੌਖਾ ਲੰਘ ਜਾਵੇ। ਇੱਥੋਂ ਤੱਕ ਹੀ ਸੀਮਤ ਰੱਖਿਆ ਹੋਇਆ ਹੈ। ਜੇ ਕਿਸੇ ਨੂੰ ਦਿਸਦੇ ਸੰਸਾਰ ਰਾਹੀਂ ਨਹੀਂ ਭਰਮਾਇਆ ਜਾਂ ਡਰਾਇਆ ਜਾ ਸਕਦਾ, ਇਹ ਧਿਆਨ ਦਿਓ, ਮੈਂ ਅੰਡਰਲਾਈਨ ਕਰਕੇ ਸ਼ਬਦ ਕਰ ਰਿਹਾ, ਦਿਸਦਾ ਸੰਸਾਰ, ਜੋ ਕਿ ਸਾਨੂੰ ਇਸ ਵੇਲੇ ਦਿਖਾਈ ਦਿੰਦਾ ਹੈ, ਉਹਦੇ ਰਾਹੀਂ ਕਿਸੇ ਨੂੰ ਭਰਮਾਇਆ ਨਹੀਂ ਜਾ ਸਕਦਾ ਤੇ ਡਰਾਇਆ ਨਹੀਂ ਜਾ ਸਕਦਾ। ਉਹਦੇ ਲਈ ਉਹਨੇ ਅਣਦਿਸਦੇ ਸੰਸਾਰ ਦਾ ਡਰ ਤੇ ਲਾਲਚ ਪੈਦਾ ਕਰ ਦਿੱਤਾ। ਕਿਸੇ ਨੂੰ ਡਰ ਦੇ ਦਿੱਤਾ ਕਿ ਨਰਕਾਂ ਦੀ ਅੱਗ ਵਿੱਚ ਸੜਨਾ ਪਏਗਾ, ਇਸੇ ਤਰ੍ਹਾਂ 7 ਜਨਮ ਦੇ ਵਿੱਚ ਕੁਸ਼ਤੀ ਦੀ ਅੱਗ ਦੇ ਵਿੱਚ ਸੜ ਕੇ ਸੜਨਾ ਪਊਗਾ। ਇਵੇਂ ਹੀ ਸ਼ੂਦਰਾਂ ਦੇ ਘਰ ਦੇ ਵਿੱਚ ਜਨਮ ਲੈ ਲੈ ਕੇ ਕਰਨਾ ਪਊਗਾ। ਜੇ ਉੱਚੀ ਆਵਾਜ਼ ਵੀ ਉਠਾਈ ਤਾਂ ਦੂਜੇ ਪਾਸੇ ਜੇ ਚੰਗਾ ਕੰਮ ਕਰੇਗਾ, ਇਹਨਾਂ ਦੀ ਸੇਵਾ ਕਰੇਗਾ, ਆਪਣਾ ਧਰਮ ਨਿਭਾਏਗਾ। ਧਰਮ ਇਹ ਨਹੀਂ ਹੈ ਕਿ ਰੱਬ ਦੀ ਪੂਜਾ ਕਰਨੀ, ਧਰਮ ਇਹ ਹੈ ਕਿ ਆਪਣੇ ਤੋਂ ਤਕੜੇ ਦੀ ਕਿਵੇਂ ਗੁਲਾਮੀ ਕਰਨੀ ਹੈ। ਉਹਦਾ ਧਰਮ ਇੱਥੋਂ ਤੱਕ ਸੀਮਤ ਕਰ ਦਿੱਤਾ ਕਿ ਤੇਰਾ ਤੇ ਜਨਮ ਹੀ ਵੱਡੇ ਦੀ ਗੁਲਾਮੀ ਕਰਨ ਵਾਸਤੇ ਹੋਇਆ। ਤੇ ਗੁਰੂ ਨਾਨਕ ਸਾਹਿਬ ਉਸ ਵੇਲੇ ਆਵਾਜ਼ ਬੁਲੰਦ ਕਰਦੇ ਨੇ। ਜਦੋਂ ਮੈਂ ਗੱਲ ਇਨਕਲਾਬੀ ਦੀ ਕਰਦਾ, ਕ੍ਰਾਂਤੀਕਾਰੀ ਦੀ ਕਰਦਾ, ਗੁਰੂ ਨਾਨਕ ਸਾਹਿਬ ਉਸ ਵੇਲੇ ਦੀ ਧਾਰਮਿਕ ਸਿਚੁਏਸ਼ਨ, ਰਾਜਨੀਤਿਕ ਤੇ ਸਮਾਜਿਕ, ਸਭ ਤੋਂ ਵੱਡਾ ਪੁਆੜਾ ਸਮਾਜਿਕ ਸਿਸਟਮ ਦੇ ਵਿੱਚ ਹੈ। ਸਮਾਜਿਕ ਹਾਲਤ ਨੂੰ ਗੁਰੂ ਨਾਨਕ ਸਾਹਿਬ ਜਨਮ ਸਮੇਂ ਹੀ, ਬਚਪਨ ਤੋਂ ਹੀ ਬੰਗਾਰ ਦਿੰਦੇ ਨੇ। ਉਹ ਜਿਹੜੇ ਬੰਗਾਰਿਆ ਗੁਰੂ ਨਾਨਕ ਸਾਹਿਬ ਵੱਲੋਂ ਪੈਦਾ ਕੀਤੀ ਇੱਕ ਬੰਗਾਰ ਹੈ, ਇੱਕ ਇਨਕਲਾਬ ਹੈ, ਉਹਦੇ ਮੁਤਾਬਕ ਕੋਈ ਨਹੀਂ ਡਰਦਾ ਕਿਸੇ ਤੋਂ, ਕੋਈ ਨਹੀਂ ਕਿਸੇ ਦਾ ਭੈ ਕਰਦਾ, ਕੋਈ ਨਹੀਂ ਕਿਸੇ ਦੀ ਈਨ ਮੰਨਦਾ, ਕੋਈ ਨਹੀਂ ਕਿਸੇ ਦੇ ਵਿਤਕਰੇ ਦਾ ਸ਼ਿਕਾਰ ਹੁੰਦਾ, ਕੋਈ ਨਹੀਂ ਕਿਸੇ ਦੇ ਜ਼ੁਲਮ ਨੂੰ ਚੁੱਪਚਾਪ ਸਹਿੰਦਾ ਹੈ। ਉਹ ਹਰ ਜ਼ੁਲਮ ਦੇ ਖਿਲਾਫ ਆਵਾਜ਼ ਬੁਲੰਦ ਕਰਦਾ ਹੈ। ਉਹ ਹਰ ਧਾਰਮਿਕ ਜਿਹੜਾ ਆਗੂ ਹੈ ਉਹਦੇ ਵੱਲੋਂ ਪੈਦਾ ਕੀਤਾ ਹੋਇਆ ਕਰਮਕਾਂਡੀ ਰੂਪੀ ਭਰਮ ਹੈ ਜਿਹੜਾ, ਉਹਨੂੰ ਤੋੜਦਾ ਹੈ। ਗੁਰੂ ਨਾਨਕ ਸਾਹਿਬ ਆਪ ਤੋੜਦੇ ਨੇ ਤੇ ਆਪ ਤੋੜਨ ਦੇ ਨਾਲ ਨਾਲ ਆਪਣੇ ਮੰਨਣ ਵਾਲਿਆਂ ਨੂੰ ਵੀ ਤੋੜਨ ਦਾ ਉਪਦੇਸ਼ ਦਿੰਦੇ ਨੇ। ਬੇਸ਼ੱਕ ਉਹਨਾਂ ਦੇ ਤੋੜਨ ਦਾ ਤਰੀਕਾ ਨਵੇਕਲਾ ਹੈ, ਇੱਕ ਵੱਖਰਾ ਹੈ। ਦੁਨੀਆਦਾਰਾਂ ਵਾਂਗੂ ਗੁਰੂ ਨਾਨਕ ਸਾਹਿਬ ਦੀ ਸੋਚ ਜਿਹੜੀ ਹੈ ਉਹਨਾਂ ਦੇ ਨਾਲ ਬੈਰ ਖੜਾ ਨਹੀਂ ਕਰਦੀ, ਪਰ ਵਿਚਾਰਧਾਰਕ ਤੌਰ ਦੇ ਉੱਤੇ ਉਹਦੇ ਪੱਲੇ ਕੁਝ ਵੀ ਨਹੀਂ ਰਹਿਣ ਦਿੰਦੀ।
ਬਹੁਤ ਸਾਰੀਆਂ ਉਦਾਹਰਨਾਂ ਦਿੱਤੀਆਂ ਜਾ ਸਕਦੀਆਂ। ਮੈਂ ਇੱਕ ਜਾਂ ਦੋ ਉਦਾਹਰਨਾਂ ਤੁਹਾਡੇ ਨਾਲ ਸਾਂਝੀਆਂ ਕਰਦਾ ਜਿਹਦੇ ਨਾਲ ਇਹਦੀ ਬੈਕਗ੍ਰਾਉਂਡ ਜਿਹੜੀ ਆ ਉਹ ਬਣ ਜਾਏਗੀ। ਜਨੇਊ ਦੇ ਸੰਬੰਧ ਵਿੱਚ ਬਚਪਨ ਦੀ ਉਮਰ ਹੈ ਨਾ ਗੁਰੂ ਨਾਨਕ ਸਾਹਿਬ ਦੀ ਉਸ ਵੇਲੇ। ਦਇਆ ਕਪਾਹ ਸੰਤੋਖ ਸੂਤ ਜਤ ਗੰਢੀ ਸਤ ਬਾਟੇ ਜਨੇਊ ਜੀ ਕਾ ਹੈ ਤਾਂ ਪਾਂਡੇ ਕੱਤ। ਮੈਂ ਉਹ ਪਾਉਣਾ ਜਿਹੜਾ ਮੇਰੇ ਕਰਮਾਂ ਦੇ ਨਾਲ ਨਿਭਦਾ ਹੋਵੇ। ਜੇ ਮੇਰੇ ਜੀਵਨ ਦੇ ਵਿੱਚ ਸਤ ਸੰਤੋਖ ਹੈ, ਜੇ ਮੇਰੇ ਜੀਵਨ ਦੇ ਵਿੱਚ ਡਿਸਪਲਿਨ ਹੈ, ਅਨੁਸ਼ਾਸਨ ਹੈ, ਤੇ ਉਹੋ ਜਿਹਾ ਮੈਂ ਧਾਰਮਿਕ ਚਿੰਨ੍ਹ ਪਾਉਣ ਵਾਸਤੇ ਤਾਂ ਤਿਆਰ ਹੈ ਜਿਹੜਾ ਮੈਨੂੰ ਇਹ ਕੁਝ ਦਿੰਦਾ ਹੋਵੇ। ਜੇ ਇਹ ਕੁਝ ਨਹੀਂ ਦਿੰਦਾ, ਇੱਕ ਧਾਰਮਿਕ ਚਿੰਨ੍ਹ ਹੀ ਮੈਨੂੰ ਕੁਕਰਮ ਕਰਨ ਦਾ ਲਾਇਸੈਂਸ ਦਿੰਦਾ ਹੈ, ਤੇ ਮੈਂ ਐਸੇ ਧਾਰਮਿਕ ਚਿੰਨ੍ਹ ਦੇ ਖਿਲਾਫ ਬਗਾਵਤ ਕਰਦਾ ਹੈ। ਗੁਰੂ ਨਾਨਕ ਸਾਹਿਬ ਦਾ ਜਨੇਊ ਨਾ ਪਾਉਣਾ ਇੱਕ ਸਧਾਰਨ ਘਟਨਾ ਨਹੀਂ ਸੀ। ਅਸੀਂ ਜਿਹੜੇ ਲੋਕ ਮਾੜੇ ਮੋਟੇ, ਸਤਿਗੁਰੂ ਨੇ ਸਾਨੂੰ ਚੇਤਨਤਾ ਦਿੱਤੀ ਹੈ, ਸੋਚ ਦਿੱਤੀ ਹੈ, ਸਮਝ ਦਿੱਤੀ ਹੈ, ਸਾਨੂੰ ਕਦੇ ਵੀ ਇਹ ਨਿੱਕਾ ਤੋਂ ਨਿੱਕਾ ਵੀ ਭੁਲੇਖਾ ਸਾਡੇ ਮਨ 'ਚ ਨਹੀਂ ਆਉਣਾ ਚਾਹੀਦਾ ਹੈ ਕਿ ਇੱਕ ਸਧਾਰਨ ਘਟਨਾ ਸੀ। ਬਹੁਤ ਵੱਡੀ ਘਟਨਾ ਸੀ ਕਿ ਉਸ ਸਮੇਂ ਦੇ ਧਾਰਮਿਕ ਐਸਟੈਬਲਿਸ਼ਮੈਂਟ ਹੈ, ਜਿਹੜੀ ਸਥਾਪਿਤ ਸਿਸਟਮ ਹੈ, ਉਹਨੂੰ ਛੋਟੀ ਉਮਰ ਦਾ ਇੱਕ ਬੱਚਾ ਜਿਹੜਾ ਆਪ ਐਸੇ ਪਰਿਵਾਰ ਦੇ ਵਿੱਚ ਪੈਦਾ ਹੋਇਆ ਹੈ, ਉਹ ਚੈਲੰਜ ਕਰ ਰਿਹਾ ਹੈ, ਜਵਾਬ ਦੇ ਰਿਹਾ ਹੈ, ਪੰਡਿਤ ਨੂੰ ਜਵਾਬ ਦੇ ਰਿਹਾ। ਤੇ ਉਹਨਾਂ ਦੀ ਬਗਾਵਤ ਦੀ ਪਛਾਣ ਸਭ ਤੋਂ ਪਹਿਲਾਂ ਕੌਣ ਕਰਦਾ ਹੈ? ਨਾ ਪੰਡਿਤ ਕਰਦਾ ਹੈ, ਨਾ ਉਹਦਾ ਪਿਓ ਕਰਦਾ ਹੈ, ਨਾ ਸਮਾਜ ਦਾ ਹੋਰ ਕੋਈ ਅੰਗ ਕਰਦਾ ਹੈ। ਉਹਦੀ ਪਛਾਣ ਰਾਏ ਬੁਲਾਰ ਕਰਦਾ ਹੈ। ਰਾਏ ਬੁਲਾਰ ਕਹਿ ਦਿੰਦਾ ਹੈ, ਜੇ ਨਾਨਕ ਜੀ ਕਹਿੰਦੇ ਨੇ ਜਨੇਊ ਨਹੀਂ ਪਾਉਣਾ ਤੇ ਇਹਦਾ ਕੋਈ ਕਾਰਨ ਹੋਏਗਾ, ਇਹਨਾਂ ਦੇ ਜਨੇਊ ਪਾਉਣ ਵਾਸਤੇ ਇਹਨਾਂ ਨੂੰ ਮਜਬੂਰ ਨਾ ਕੀਤਾ ਜਾਏ। ਇਹ ਉਸ ਵੇਲੇ ਦਾ ਜਿਹੜਾ ਸਥਾਪਤੀ ਸਿਸਟਮ ਹੈ, ਉਹਦੇ ਖਿਲਾਫ ਬਗਾਵਤ ਹੈ। ਹਰਿਦੁਆਰ ਦੇ ਵਿੱਚ ਜਾ ਕੇ ਪੁੱਠੇ ਪਾਸੇ ਪਾਣੀ ਦੇਣਾ ਕੋਈ ਸਧਾਰਨ ਗੱਲ ਹੈ। ਜਗਨਨਾਥਪੁਰੀ ਦੇ ਮੰਦਿਰ ਦੇ ਬਾਹਰ ਬੈਠ ਕੇ ਗਗਨ ਮੈਂ ਥਾਰ ਰਬ ਚੰਦ ਦੀਪਕ ਬਣੇ ਗਾ ਦੇਣਾ ਸਧਾਰਨ ਘਟਨਾ ਸੀ। ਗੁਰੂ ਨਾਨਕ ਸਾਹਿਬ ਨੇ ਇੱਕ ਐਸੇ ਸਮਾਜ ਦਾ ਆਰੰਭ ਕੀਤਾ ਜਿਹੜਾ ਇਹੋ ਜਿਹੇ ਸਾਰੇ ਵਹਿਮਾਂ ਭਰਮਾਂ ਤੋਂ ਮੁਕਤ ਹੈ। ਉਹ ਸਿਰਫ ਮੁਕਤੀ ਨਹੀਂ ਹੈ, ਇਹਨਾਂ ਵਹਿਮਾਂ ਭਰਮਾਂ ਤੋਂ ਦੂਰ ਹੀ ਨਹੀਂ ਹੈ, ਬਲਕਿ ਇਹੋ ਜਿਹੇ ਵਹਿਮਾਂ ਭਰਮਾਂ ਦੇ ਖਿਲਾਫ ਬਗਾਵਤ ਕਰਦਾ ਹੈ। ਬਗਾਵਤ ਨੂੰ ਹੀ ਇਨਕਲਾਬ ਕਿਹਾ ਜਾਂਦਾ ਹੈ। ਸਮਾਜ ਵੰਡਿਆ ਹੋਇਆ ਹੈ ਵੱਖ-ਵੱਖ ਤਰੀਕਿਆਂ ਦੇ ਨਾਲ, ਤੇ ਗੁਰੂ ਨਾਨਕ ਕਹਿ ਦਿੰਦੇ ਨੇ ਕਾਹਦੀ ਵੰਡੀ? ਗੁਰੂ ਨਾਨਕ ਦਾ ਸਿਧਾਂਤ ਜਿਹੜਾ 10 ਗੁਰੂ ਸਾਹਿਬਾਂ ਰਾਹੀਂ ਡਿਵੈਲਪ ਹੋ ਰਿਹਾ ਹੈ, ਉਹਦੇ ਵਿੱਚ ਏਕ ਨੂਰ ਤੇ ਸਭ ਜਗ ਉਪਜਿਆ ਦੀ ਗੱਲ ਆ ਰਹੀ ਹੈ। ਜੇ ਤੂੰ ਬ੍ਰਾਹਮਣ ਬ੍ਰਾਹਮਣੀ ਜਾਇਆ ਆਨ ਬਾਟ ਕਾਹੇ ਨਹੀਂ ਆਇਆ, ਇਸ ਤਰੀਕੇ ਦੀ ਬੰਗਾਰ ਦੀ ਗੱਲ ਆ ਰਹੀ ਹੈ। ਤੇ ਗੁਰੂ ਨਾਨਕ ਸਾਹਿਬ ਆਪਣੇ ਜੀਵਨ ਦੇ ਵਿੱਚ ਭਾਈ ਗੁਰਦਾਸ ਜੀ ਦੀ ਜਵਾਨੀ ਗੁਰਮੁਖ ਖੋਜਣ ਪੈ ਉਦਾਸੀ ਵਾਲੀ ਜਿਹੜੀ ਗੱਲ ਕਰਦੇ ਨੇ, ਉਹ ਵੀ ਉਸੇ ਇਨਕਲਾਬ ਦੀ ਜਿਹੜੀ ਹੈ ਨਾ, ਉਹਦੀ ਸਟਰੈਂਥਨਿੰਗ, ਉਹਨੂੰ ਤਾਕਤਵਰ ਕਰਨ ਵਾਸਤੇ ਜਿੱਥੇ ਜਿੱਥੇ ਵੀ ਕੋਈ ਰੱਬ ਦੇ ਨਾਲ ਜੁੜਿਆ ਹੋਇਆ ਸ਼ਖਸ ਮਨੁੱਖਤਾ ਦੇ ਭਲੇ ਦੀ, ਮਨੁੱਖਤਾ ਦੀ ਬਰਾਬਰੀ ਦੀ, ਉਸ ਇੱਕ ਰੱਬ ਦੀ, ਇੱਕ ਅਕਾਲ ਪੁਰਖ ਦੀ ਗੱਲ ਕਰਦਾ, ਉਹਨੂੰ ਗੁਰੂ ਨਾਨਕ ਸਾਹਿਬ ਆਪ ਚੱਲ ਕੇ ਉਹਦੇ ਕੋਲ ਜਾਂਦੇ ਨੇ। ਚਾਹੇ ਉਹਦੇ ਲਈ ਕਾਂਚੀ ਜਾਣਾ ਪਏ, ਤੇ ਚਾਹੇ ਉਹਦੇ ਲਈ ਪਾਕਪਟਨ ਜਾਣਾ ਪਏ, ਚਾਹੇ ਉਹਦੇ ਲਈ ਮਹਾਰਾਸ਼ਟਰ ਦੇ ਵਿੱਚ ਭਗਤ ਨਾਮਦੇਵ ਦੇ ਡੇਰੇ ਜਾਣਾ ਪਏ, ਤੇ ਚਾਹੇ ਭਗਤ ਧੰਨੇ ਦੇ ਡੇਰੇ ਤੇ ਜਾਣਾ ਪਏ, ਕਿਤੇ ਵੀ ਜਾਣਾ ਕਿਉਂ ਨਾ ਪਏ, ਗੁਰੂ ਨਾਨਕ ਸਾਹਿਬ ਉਹ ਸਾਰੀ ਮੂਵਮੈਂਟ ਹੈ ਜਿਹੜੀ ਉਹਨੂੰ ਆਪਸ ਦੇ ਵਿੱਚ ਇਕੱਠਾ ਕਰਕੇ ਯੂਨਾਈਟ ਕਰਦੇ ਆ, ਤਾਂ ਕਿ ਸਮਾਜ ਦੇ ਵਿੱਚ ਜਿਹੜਾ ਮਨੁੱਖਤਾ ਦੇ ਉੱਤੇ ਹੋ ਰਿਹਾ ਜ਼ੁਲਮ ਹੈ, ਉਹਨਾਂ ਦੇ ਨਾਲ ਟੱਕਰ ਲਈ ਜਾ ਸਕੇ। ਗੁਰੂ ਨਾਨਕ ਦੇ ਸਾਹਮਣੇ ਜਿਹੜਾ ਚੈਲੰਜ ਹੈ, ਉਹ ਉਹਨਾਂ ਲੋਕਾਂ ਵੱਲੋਂ ਪੈਦਾ ਕੀਤਾ ਜਾ ਰਿਹਾ ਹੈ ਜਿਹੜੇ ਸਧਾਰਨ ਲੋਕਾਂ ਦੀ ਹੱਕ ਦੀ ਕਮਾਈ ਦਾ ਉੱਤੇ ਡਾਕੇ ਮਾਰਦੇ ਹੈ। ਤੇ ਗੁਰੂ ਨਾਨਕ ਸਾਹਿਬ ਨੇ ਬੇਸ਼ੱਕ ਮਾਲਕ ਭਾਗੋ ਨੂੰ ਕਹਿ ਦਿੱਤਾ ਕਿ ਮੈਂ ਤੇਰਾ ਭੋਜਨ ਇਸ ਕਰਕੇ ਨਹੀਂ ਖਾਂਦਾ, ਇਹਦੇ ਵਿੱਚ ਗਰੀਬਾਂ ਦਾ ਨਿਚੋੜਿਆ ਹੋਇਆ ਖੂਨ ਹੈ, ਮੈਂ ਨਹੀਂ ਖਾਂਦਾ। ਇਹ ਕੋਈ ਛੋਟੀ ਗੱਲ ਨਹੀਂ। ਗੁਰੂ ਨਾਨਕ ਸਾਹਿਬ ਉਸ ਵੇਲੇ ਦੇ ਸਮੇਂ ਦਾ ਜਿਹੜਾ ਧਨਾੜ ਹੈ, ਇਸ ਜਰ ਕਾਰਨ ਕਣੀ ਬੂਤੀ ਇੰਜਰ ਕਣੀ ਖੁਆਈ, ਪਾਪਾਂ ਬਾਝੋਂ ਹੋਵੇ ਨਾ ਹੀ ਮੋਇਆ ਸਾਥ ਨਾ ਜਾਈ, ਘਾਲ ਖਾਏ ਕਿਛ ਹੱਥੋਂ ਦੇ ਨਾਨਕ ਰਾਹ ਪਛਾਣੇ ਸੇ। ਉਦੋਂ ਤੱਕ ਤਾਂ ਸੰਸਾਰ ਧਨਾੜ ਦੇ ਹੱਥ ਵਿੱਚ ਹੈ, ਸਰਮਾਏਦਾਰ ਦੇ ਹੱਥ ਵਿੱਚ ਹੈ। ਜਿਹੜਾ ਗਰੀਬ ਹੈ ਉਹਨੂੰ ਤਾਂ ਪੈਰਾਂ ਤੇ ਠੋਕਰ ਦੇ ਉੱਤੇ ਰੱਖਿਆ ਜਾਂਦਾ, ਪੈਰ ਦੀ ਜੁੱਤੀ ਉੱਤੇ ਰੱਖਿਆ ਜਾਂਦਾ ਹੈ, ਉਹਨੂੰ ਤਾਂ ਕੋਈ ਮਾਣ ਹੀ ਨਹੀਂ ਦਿੱਤਾ ਜਾਂਦਾ। ਲਾਲੋ ਦੇ ਘਰ ਬੈਠੇ ਗੁਰੂ ਨਾਨਕ ਸਾਹਿਬ ਨੂੰ ਤਾਂ ਸੱਦਾ ਭਾਗੋ ਦਾ ਆਉਂਦਾ ਹੈ, ਲਾਲੋ ਨੂੰ ਵੀ ਨਹੀਂ ਆਉਂਦਾ। ਤੇ ਗੁਰੂ ਨਾਨਕ ਸਾਹਿਬ ਐਸੀ ਬਣਤਰ ਦੇ ਖਿਲਾਫ ਆਵਾਜ਼ ਬੁਲੰਦ ਕਰਦੇ ਨੇ, ਤੇ ਉਸ ਆਵਾਜ਼ ਨੂੰ ਬੁਲੰਦ ਕਰਨ ਲਈ ਮਤਾ ਕਦੇ ਕਿਸੇ ਨੂੰ ਭੁਲੇਖਾ ਹੋਵੇ ਤੇ ਗੁਰੂ ਨਾਨਕ ਸਾਹਿਬ ਨੇ ਇਸ ਗੱਲ ਨੂੰ ਸਧਾਰਨ ਘਟਨਾ ਸਮਝਿਆ ਹੋਊਗਾ ਵੀ ਕੋਈ ਗੱਲ ਨਹੀਂ, ਤਾਂ ਕੀ ਹੋਇਆ, ਏਦਾਂ ਹੁੰਦਾ ਹੀ ਹੁੰਦਾ ਨਾ। ਜੋ ਤੋ ਪ੍ਰੇਮ ਖੇਲਨ ਕਾ ਚਾਓ ਸਿਰ ਧਰ ਤਲੀ ਗਲੀ ਮੋਰੀਆ ਵਿੱਚ ਮਾਰਗ ਪੈਰ ਧਰੀਜੈ, ਸਿਰ ਦੀਜੈ ਕਾਣ ਨਾ ਕੀਜੈ। ਇਹ ਕੀ ਹੈ? ਜਿਹੜੀ ਘਟਨਾ 1704 ਦੇ ਵਿੱਚ ਹੁੰਦੀ ਹੈ, ਅੱਜ ਦੇ ਦਿਨਾਂ ਦੇ ਵਿੱਚ,
ਜਿਹਦਾ ਨਿਰੀਖਣ ਕਰਨ ਦਾ ਮੇਰੀ ਜ਼ਿੰਮੇਵਾਰੀ ਲੱਗੀ ਹੈ, ਉਹਦਾ ਜਿਹੜਾ ਮੁੱਢ ਹੈ ਉਹ ਤੇ 1469 ਦੇ ਵਿੱਚ ਪਿਆ ਹੈ। ਤੇ ਗੁਰੂ ਨਾਨਕ ਸਾਹਿਬ ਪਹਿਲੇ ਪਛੀਨ ਗੋਈ ਕਰ ਦਿੰਦੇ ਨੇ ਕਿ ਇਹੋ ਜਿਹਾ ਸਮਾਂ ਵੀ ਆਊਗਾ, ਪਹਿਲਾ ਮਰਨ ਕਬੂਲ ਜੀਵਨ ਕੀ ਛਾਡਾਸ। ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਵੀ ਇਸੇ ਲੜੀ ਵਿੱਚ ਹੀ ਹੈ ਨਾ। ਇਹ ਕਿਵੇਂ ਹੋ ਸਕਦਾ ਹੈ ਕਿ ਇਹਨਾਂ ਦੇ ਧਰਮ ਮੰਦਰ ਦੇ 4 ਦਰਵਾਜ਼ੇ ਹੋਣ ਜਿੱਥੇ ਕੋਈ ਵੀ ਆ ਸਕਦਾ ਹੋਵੇ? ਇਹ ਕਿਵੇਂ ਹੋ ਸਕਦਾ ਹੈ ਕਿ ਇਹਨਾਂ ਦੇ ਧਾਰਮਿਕ ਗ੍ਰੰਥ ਦੇ ਵਿੱਚ ਰਵਿਦਾਸ ਵਰਗਾ ਚੁਮਾਰ ਬੈਠਾ ਹੋਵੇ ਤੇ ਉਹਨੂੰ ਇਹ ਮੱਥਾ ਟੇਕਦੇ ਹੋਣ? ਇਹ ਕਿਵੇਂ ਬਰਦਾਸ਼ਤ ਕਰ ਸਕਦੇ ਨੇ ਉਹ ਤਾਕਤਾਂ? ਤੇ ਹਰ ਤਾਕਤ ਉਹਨਾਂ ਨੇ ਹਰ ਤਰੀਕਾ ਵਰਤ ਕੇ ਇਹ ਕੁਝ ਕੀਤਾ। ਤੇ ਗੁਰੂ ਨਾਨਕ ਦਾ ਉਹ ਇਨਕਲਾਬੀ ਜਿਹੜਾ ਸਮਾਜ ਹੈ, ਇੱਕ ਰਸਤਾ ਹੈ, ਉਹ ਪ੍ਰਗਤੀ ਕਰ ਰਿਹਾ, ਉਹਦੀ ਡਿਵੈਲਪਮੈਂਟ ਹੋ ਰਹੀ ਹੈ। ਹਰ ਸਟੇਜ ਦੇ ਉੱਤੇ ਉਹਦੀ ਡਿਵੈਲਪਮੈਂਟ ਹੁੰਦੀ ਜਾ ਰਹੀ ਹੈ। ਕਿਤੇ ਇੱਕ ਪੰਗਤ ਦੇ ਵਿੱਚ ਬੈਠ ਕੇ ਲੰਗਰ ਛਕਾਇਆ ਜਾ ਰਿਹਾ ਹੈ। ਲੰਗਰ ਛਕਾਉਣਾ ਅਸੀਂ ਛੋਟੀ ਗੱਲ ਬਣਾ ਦਿੱਤੀ ਅੱਜ। ਲੰਗਰ ਛਕਾਉਣਾ ਸਿਰਫ ਭੁੱਖੇ ਦੀ ਭੁੱਖ ਖਤਮ ਕਰਨ ਤੱਕ ਸੀਮਤ ਨਹੀਂ ਹੈ। ਲੰਗਰ ਦਾ ਮਤਲਬ ਇਹ ਹੈ ਕਿ ਭੁੱਖੇ ਦੀ ਭੁੱਖ ਵੀ ਦੂਰ ਕਰਨੀ ਹੈ ਤੇ ਉਹਦੇ ਨਾਲ ਊਚ ਨੀਚ ਜਿਹੜੀ ਉਹ ਪ੍ਰੈਕਟੀਕਲ ਰੂਪ ਦੇ ਵਿੱਚ ਖਤਮ ਕਰਨੀ ਹੈ। ਕਿਸੇ ਦੇ ਮਨ ਦੇ ਵਿੱਚ ਇਹ ਨਾ ਹੋਵੇ ਕਿ ਮੈਂ ਉੱਚਾ ਤੇ ਮੈਂ ਨੀਵਾਂ, ਮੈਂ ਨਹੀਂ ਇਹਦੇ ਬਰਾਬਰ ਬੈਠਣਾ। ਇਹ ਤੇ ਘਾਹ ਖੋਤਣ ਵਾਲਾ ਕਿਰਤੀ ਹੈ। ਗੁਰੂ ਨਾਨਕ ਦੇ ਧਰਮ ਦੇ ਵਿੱਚ ਕਿਰਤੀਆਂ ਨੂੰ ਵਡਿਆਈ ਮਿਲਦੀ ਹੈ, ਵਿਹਲੜਾਂ ਨੂੰ ਨਹੀਂ। ਮੈਂ ਤੇ ਇਹ ਵੀ ਕਹਿੰਦਾ ਹੁੰਨਾ ਕਿ ਜਿਹੜਾ ਕਿਰਤੀ ਨਹੀਂ ਹੈ, ਜਿਹੜਾ ਮਿਹਨਤੀ ਨਹੀਂ ਹੈ, ਜਿਹੜਾ ਵਿਹਲੜ ਹੈ, ਉਹ ਹੋਰ ਜੋ ਮਰਜ਼ੀ ਹੋਏ, ਜਿੱਡਾ ਮਰਜ਼ੀ ਸਰਮਾਏਦਾਰ ਹੋਵੇ, ਜਿੱਡਾ ਮਰਜ਼ੀ ਉੱਚ ਦਮਾਲੜਾ ਬਣ ਕੇ ਦੁਨੀਆ ਨੂੰ ਦਿਖਾਉਂਦਾ ਫਿਰੇ, ਪਰ ਗੁਰੂ ਨਾਨਕ ਦੇ ਧਰਮ ਦੇ ਮੁਤਾਬਕ ਉਹ ਸਿੱਖ ਨਹੀਂ ਹੋ ਸਕਦਾ। ਸਿੱਖ ਹੋਣ ਵਾਸਤੇ ਲਾਜ਼ਮੀ ਹੈ ਕੋਈ ਕਿਰਤੀ ਹੋਵੇ। ਤੇ ਕਿਰਤੀਆਂ ਦੀ ਇਕੱਠਾ ਕੀਤਾ ਹੋਇਆ ਇਹ ਸਮੂਹ ਜਿਹੜਾ ਇਸ ਹੱਦ ਤੱਕ ਫੈਲ ਗਿਆ ਕਿ ਪੂਰੇ ਸੰਸਾਰ ਦੇ ਵਿੱਚ ਉਹਨਾਂ ਤਾਕਤਾਂ ਨੂੰ ਆਪਣੇ ਸਾਹਮਣੇ ਖਤਰਾ ਮਹਿਸੂਸ ਹੋਣ ਲੱਗ ਪਿਆ ਕਿ ਸਾਡੀ ਤਾਂ ਉਹ ਜਿਹੜੀ ਪ੍ਰਭਸਤਾ ਬਣੀ ਹੋਈ ਸੀ, ਸਾਡੀ ਦੀ ਜਿਹੜੀ ਤਾਕਤ ਸੀ ਉਹ ਖਤਮ ਹੋ ਗਈ। ਚਾਹੇ ਉਹ ਤਾਕਤ ਪੰਡਿਤ ਦੀ ਬ੍ਰਾਹਮਣ ਦੇ ਰੂਪ ਦੇ ਵਿੱਚ ਪੁਜਾਰੀ ਵੱਲੋਂ ਹੋਵੇ, ਜਾਂ ਪਹਾੜੀ ਰਾਜਿਆਂ ਦੀਆਂ ਜਿਹੜੇ 22 ਧਾਰ ਦੇ ਪਹਾੜੀ ਰਾਜੇ ਨੇ, ਉਹਨਾਂ ਵਿੱਚੋਂ 18 ਰਾਜਿਆਂ ਦੀਆਂ ਫੌਜਾਂ ਨੇ ਜਿਹੜੀਆਂ ਉਹ ਅਨੰਦਪੁਰ ਸਾਹਿਬ ਨੂੰ ਘੇਰਾ ਪਾਉਣ ਵਾਸਤੇ ਆਈਆਂ ਹੋਈਆਂ 18। ਤੇ ਇਹ ਕੋਈ ਬਗਾਨੇ ਨਹੀਂ ਗਏ, ਇਹ ਕੋਈ ਬਾਹਰੋਂ ਨਹੀਂ ਚੱਲ ਕੇ ਆਏ, ਕੋਈ ਵਿਦੇਸ਼ੀ ਨਹੀਂ। ਇਹ ਉਹੀ ਲੋਕ ਨੇ ਜਿਨ੍ਹਾਂ ਨੂੰ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਗਵਾਲੀਅਰ ਦੀ ਕੈਦ ਦੇ ਵਿੱਚੋਂ ਰਿਹਾ ਕਰਵਾ ਕੇ ਇਹਨਾਂ ਦੇ ਘਰਾਂ ਦੇ ਵਿੱਚ ਸ਼ਾਨ ਦੇ ਨਾਲ ਪਹੁੰਚਾਇਆ ਸੀ। ਉਹਨਾਂ ਦੇ ਪੁੱਤ ਪੋਤੇ ਨੇ ਇਹ। ਉਹਨਾਂ ਨੂੰ ਕੀ ਖਤਰਾ ਹੈ? ਇਹੀ ਖਤਰਾ ਨਾ ਵੀ ਹੁਣ ਕੇਸਗੜ੍ਹ ਦੇ ਸਥਾਨ ਤੇ ਰਣਜੀਤ ਨਗਾਰਾ ਵੱਜਦਾ, ਜਦੋਂ ਸ਼ਾਮ ਨੂੰ ਰਣਜੀਤ ਨਗਾਰਾ ਵੱਜਦਾ ਤੇ ਪਹਾੜਾਂ ਦੇ ਵਿੱਚੋਂ ਗੂੰਜਦਾ ਹੈ ਤੇ ਦੂਰ ਦੂਰ ਤੱਕ ਬੈਠੇ ਪਹਾੜੀ ਰਾਜਿਆਂ ਦੇ ਅੰਦਰ ਸਹਿਮ ਪੈਦਾ ਹੁੰਦਾ, ਹੁਣ ਸਾਡੀ ਲੁੱਟ ਬੰਦ ਹੋ ਜਾਣੀ ਹੈ, ਹੁਣ ਅਸੀਂ ਮਨੁੱਖਤਾ ਤੇ ਜ਼ੁਲਮ ਨਹੀਂ ਕਰ ਸਕਣਾ। ਕਿਉਂ? ਇਹ ਜਿਹੜੇ ਹਥਿਆਰ ਕੀਤੇ ਨੇ ਨਾ ਗੁਰੂ ਸਾਹਿਬ ਨੇ, ਇਹ ਤਾਂ ਸਿਰ ਆਪਣੇ ਜਾਨ ਨੂੰ ਸਿਰ ਤਲੀ ਤੇ ਰੱਖੇ ਫਿਰਦੇ ਨੇ, ਮਰਨ ਮੂਲ ਨਾਲ ਡਰਦੇ, ਮੌਤ ਨੂੰ ਮਖੌਲ ਕਰਦੇ ਨੇ। ਇਹ ਲੋਕ ਤਾਂ ਪਿਆਰ ਦੇ ਨਾਲ ਹੀ ਗੁਲਾਮੀ ਕਰਦੇ ਨੇ। ਪ੍ਰੋਫੈਸਰ ਪੂਰਨ ਸਿੰਘ ਨੂੰ ਪੜ੍ਹ ਲਈਏ ਅਸੀਂ, ਪਰ ਟੈ ਨਹੀਂ ਮੰਨਦੇ ਕਿਸੇ ਦੀ। ਇਹਨਾਂ ਨੂੰ ਅਸੀਂ ਝੁਕਾ ਨਹੀਂ ਸਕਦੇ। ਜਿਨ੍ਹਾਂ ਲੋਕਾਂ ਨੇ ਮੌਤ ਪ੍ਰਵਾਨ ਕਰ ਲਈ ਹੋਵੇ, ਜਿਨ੍ਹਾਂ ਲੋਕਾਂ ਨੇ ਆਪਣੇ ਸਿਧਾਂਤ ਉੱਤੇ ਕਾਇਮ ਰਹਿਣ ਲਈ ਕੋਈ ਵੀ ਕੁਰਬਾਨੀ ਕਰਨ ਦੀ ਤਿਆਰੀ ਕਰ ਲਈ ਹੋਵੇ, ਜਿਨ੍ਹਾਂ ਦੇ ਸਿੱਖ ਭਾਈ ਭੈਰੋ ਵਰਗੇ ਉਹ ਮੰਦਿਰ ਦੇ ਵਿੱਚ ਪਹਾੜ ਦੇ ਉੱਤੇ ਮੰਦਿਰ 'ਚ ਬੈਠੀ ਮੂਰਤੀ ਦਾ ਨੱਕ ਤੋੜ ਕੇ ਆ ਕੇ ਦੱਸ ਦੇਣ ਕਿ ਜਿਹੜੀ ਮੂਰਤੀ ਜਿਹੜੀ ਦੇਵੀ ਆਪਣੇ ਆਪ ਦੀ ਰਾਖੀ ਨਹੀਂ ਕਰ ਸਕਦੀ, ਉਹ ਤੁਹਾਡੀ ਕੀ ਰਾਖੀ ਕਰੇਗੀ। ਇਹੋ ਜਿਹੀਆਂ ਬਹਾਦਰ ਕੌਮਾਂ ਹਮੇਸ਼ਾ ਹੀ ਉਹਨਾਂ ਲੋਕਾਂ ਦੇ ਅੱਖਾਂ ਦੇ ਵਿੱਚ ਰੜਕਦੀਆਂ ਹੁੰਦੀਆਂ ਜਿਨ੍ਹਾਂ ਨੇ ਮਨੁੱਖਤਾ ਦੇ ਉੱਤੇ ਜ਼ੁਲਮ ਕਰਕੇ ਉਹਨਾਂ ਦੇ ਹੱਕ ਖੋਹਣੇ ਹੁੰਦੇ ਆ, ਚਾਹੇ ਵਹਿਮ ਭਰਮਾਂ ਰਾਹੀਂ ਖੋਹਣੇ ਹੋਣ, ਚਾਹੇ ਰਾਜਨੀਤਿਕ ਤਾਕਤ ਦੇ ਨਾਲ ਖੋਹਣੇ ਹੋਣ, ਜਾਂ ਸਮਾਜਿਕ ਨਾ ਬਰਾਬਰੀ ਦੇ ਨਾਲ ਖੋਹਣੇ ਹੋਣ। ਜਦੋਂ ਗੁਰੂ ਨਾਨਕ ਸਾਹਿਬ ਸਾਰੀ ਦੀ ਸਾਰੀ ਗੱਲ ਨੂੰ ਇੱਕ ਥਾਂ ਕਹਿੰਦੇ ਨੇ, ਜਪਜੀ ਸਾਹਿਬ ਦੇ ਵਿੱਚ ਹਰ ਰੋਜ਼ ਸਵੇਰੇ ਕਿੰਨੀ ਵਾਰੀ ਇਹ ਪੰਕਤੀ ਪੜ੍ਹਦੇ ਆ, ਗੁਰਾ ਇੱਕ ਦੇਹ 부ਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਬਿਸਰ ਨਾ ਜਾਈ। ਇਹ ਗੁਰੂ ਮੈਨੂੰ ਸਮਝਾ ਦੇ, ਪੱਕੀ ਤਰ੍ਹਾਂ ਸਮਝਾ ਦੇ, ਇਹ ਕਿਤੇ ਮੈਨੂੰ ਭੁੱਲ ਨਾ ਜਾਏ, ਸੁਪਨੇ ਵਿੱਚ ਵੀ ਮੇਰੇ ਧਿਆਨ ਦੇ ਵਿੱਚੋਂ ਇਹ ਗੱਲ ਨਿਕਲ ਨਾ ਜਾਏ ਕਿ ਸਭਨਾ ਜੀਆਂ ਕਾ ਇੱਕ ਦਾਤਾ। ਜਿੰਨੇ ਸੰਸਾਰ ਤੇ ਜੀਵ ਪੈਦਾ ਕੀਤੇ ਆ ਨਾ, ਉਹਨਾਂ ਸਾਰਿਆਂ ਨੂੰ ਦਾਤਾਂ ਦੇਣ ਵਾਲਾ ਇੱਕ ਅਕਾਲ ਪੁਰਖ ਵਾਹਿਗੁਰੂ ਪ੍ਰਮਾਤਮਾ ਖੁਦ ਇੱਕ ਹੀ ਹੈ। ਇਹ ਗੱਲ ਮੈਨੂੰ ਭੁੱਲ ਨਾ ਜਾਏ ਕਿਤੇ। ਗੁਰੂ ਨਾਨਕ ਸਾਹਿਬ ਦਾ ਜਿਹੜਾ ਕ੍ਰਾਂਤੀਕਾਰੀ ਸਿਧਾਂਤ ਹੈ, ਉਹ ਸ਼ਬਦ ਗੁਰੂ ਦੇ ਰੂਪ ਦੇ ਵਿੱਚ ਸਿੱਖਾਂ ਦੀ ਅਗਵਾਈ ਕਰਦਾ ਹੈ। ਇੱਥੇ ਮਨੁੱਖੀ ਅਗਵਾਈ, ਮਨੁੱਖੀ ਗਿਆਨ ਤੱਕ ਸੀਮਤ ਨਹੀਂ ਹੈ ਗੱਲ। ਸੰਸਾਰ ਦੇ ਸਾਰੇ ਧਰਮ ਮੰਨਦੇ ਹੈ, ਕ੍ਰਿਸਚੈਨਿਟੀ ਵੀ ਇਹ ਗੱਲ ਮੰਨਦੀ ਹੈ ਕਿ ਜੇ ਕੋਈ ਚੀਜ਼ ਥਿਰ ਰਹਿੰਦੀ ਹੈ, ਜੇ ਕੋਈ ਚੀਜ਼ ਹਮੇਸ਼ਾ ਵਾਸਤੇ ਰਹਿੰਦੀ ਹੈ, ਤੇ ਉਹ ਸਿਰਫ ਤੇ ਸਿਰਫ
ਸ਼ਬਦ ਹੈ। ਤੇ ਗੁਰੂ ਨਾਨਕ ਨੇ ਤਾਂ ਗਿਆ, ਗੁਰੂ ਨਾਨਕ ਸਾਹਿਬ ਤੋਂ ਬਾਅਦ ਦੇ ਗੁਰੂ ਸਾਹਿਬਾਂ ਨੇ ਉਸ ਸ਼ਬਦ ਨੂੰ, ਉਸ ਗਿਆਨ ਨੂੰ ਸਿੱਖਾਂ ਵਾਸਤੇ ਗੁਰੂ ਬਣਾ ਦਿੱਤਾ। ਤੁਹਾਡੇ ਤੇ ਗੁਰੂ ਹੀ ਗਿਆਨ ਹੈ, ਗੁਰੂ ਹੀ ਸ਼ਬਦ ਹੈ। ਜਿਹੜੇ ਲੋਕੀ ਸ਼ਬਦ ਨੂੰ ਹੀ ਆਪਣਾ ਗੁਰੂ ਮੰਨਦੇ ਹੋਣ, ਉਹਨਾਂ ਨੂੰ ਗੁੰਮਰਾਹ ਕਿਵੇਂ ਕੀਤਾ ਜਾ ਸਕਦਾ ਹੈ? ਇਹੀ ਕਾਰਨ ਹੋਇਆ ਨਾ, ਜਿਨ੍ਹਾਂ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਸਕਦਾ ਸੀ, ਉਹਨਾਂ ਨੂੰ ਗੁੰਮਰਾਹ ਕੀਤਾ। ਚਾਹੇ ਪ੍ਰਿਥੀ ਚੰਦ ਤੇ ਉਹਦੀ ਔਲਾਦ ਦੇ ਰੂਪ ਦੇ ਵਿੱਚ ਸੀ, ਰਾਜਨੀਤਿਕ ਸ਼ਕਤੀਆਂ ਨੇ ਗੁੰਮਰਾਹ ਕੀਤਾ। ਧਾਰਮਿਕ ਸ਼ਕਤੀਆਂ ਨੇ ਵੀ ਗੁਰੂ ਅਰਜਨ ਸਾਹਿਬ ਨੂੰ ਸ਼ਹੀਦ ਕਰਨ ਦੇ ਵਿੱਚ ਆਪਣਾ ਪੂਰਾ ਪਾਰਟ ਪਲੇ ਕੀਤਾ। ਸਾਰਿਆਂ ਨੇ ਆਪਣਾ ਜ਼ੋਰ ਲਗਾਇਆ, ਪਰ ਉਸ ਤੋਂ ਬਾਅਦ ਵੀ ਜਦੋਂ ਛੇਵੇਂ ਪਾਤਸ਼ਾਹ ਨੇ हमने बाज ना उनको देना, ताज बाज सम उनसे लेना, ਇੱਕ ਸ਼ਬਦ ਦਾ ਸਿਧਾਂਤ ਦੀ ਰਾਖੀ ਵਾਸਤੇ ਹਥਿਆਰ ਚੱਕ ਲਿਆ, ਤਖਤ ਬਣਾ ਦਿੱਤਾ, ਕਲਗੀ ਲਗਾ ਦਿੱਤੀ। ਆਪਣੇ ਸਿੱਖਾਂ ਨੂੰ ਜਿਹੜੇ ਪਹਿਲਾਂ ਸ਼ਬਦ ਤੱਕ ਸੀਮਤ ਸਨ, ਉਹਨਾਂ ਨੂੰ ਹਥਿਆਰਾਂ ਤੱਕ ਲੈ ਆਂਦਾ। ਉਹ ਬੰਗਾਰਦੇ ਨੇ ਉਹਨਾਂ ਸ਼ਕਤੀਆਂ ਨੂੰ, ਉਹਨਾਂ ਤਾਕਤਾਂ ਨੂੰ, ਉਹਨਾਂ ਨੂੰ ਮੂੰਹ ਦੀ ਖਾਣੀ ਪੈਂਦੀ ਹੈ। ਔਰ ਇਸੇ ਲੜੀ ਦੇ ਵਿੱਚ ਹੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦੀ ਸ਼ਹਾਦਤ ਹੁੰਦੀ ਹੈ। ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਕੋਈ ਸਧਾਰਨ ਨਹੀਂ ਸੀਗੀ। ਪੂਰੇ ਉੱਤਰੀ ਭਾਰਤ ਦੇ ਮੁਖੀ ਹਿੰਦੂਆਂ ਦੇ ਅਸਥਾਨਾਂ ਦੇ ਪੰਡਤ ਇਕੱਠੇ ਹੋ ਕੇ ਜਾਂਦੇ ਨੇ ਕਸ਼ਮੀਰ ਦੇ ਵਿੱਚ ਮੀਟਿੰਗ ਕਰਨ ਵਾਸਤੇ। ਤੇ ਪੰਡਿਤ ਕਿਰਪਾ ਰਾਮ ਜੀ, ਜਿਹੜੇ ਕਿ ਉਸ ਵੇਲੇ ਪੰਡਿਤ ਕਿਰਪਾ ਰਾਮ ਬ੍ਰਾਹਮਣ ਨਹੀਂ ਹੈ, ਉਹ ਸਿੱਖ ਧਰਮ ਦਾ ਪ੍ਰਚਾਰਕ ਹੈ। ਤੇ ਉਹ ਵੀ ਤੇ ਆਪਣਾ ਚਮਕੌਰ ਦੀ ਗੜੀ ਦੇ ਵਿੱਚ ਭਾਈ ਕਿਰਪਾ ਸਿੰਘ ਦੇ ਰੂਪ ਦੇ ਵਿੱਚ ਸ਼ਹੀਦ ਹੋਏ ਸਨ ਨਾ ਪਹਿਲੇ ਦਿਨ ਚਮਕੌਰ ਦੀ ਲੜਾਈ ਦੇ ਵਿੱਚ। ਉਹਨਾਂ ਨੂੰ ਲੈ ਕੇ ਜਾਂਦੇ ਨੇ ਜਦੋਂ, ਤੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜਦੋਂ ਜਾਂਦੇ ਨੇ ਆਪਣਾ ਸੀਸ ਦੇਣ ਵਾਸਤੇ, ਉਸ ਸਮਾਜਿਕ ਤੌਰ ਦੇ ਉੱਤੇ ਧਾਰਮਿਕ ਨਾ ਬਰਾਬਰੀ ਦੇ ਖਿਲਾਫ ਆਵਾਜ਼ ਬੁਲੰਦ ਕਰਕੇ। ਸੰਸਾਰ ਤੇ ਕੋਈ ਨਹੀਂ ਬੋਲ ਰਿਹਾ, ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਆਪ ਜਾਂਦੇ ਨੇ ਚੱਲ ਕੇ ਸ਼ਹਾਦਤ ਦੇਣ ਵਾਸਤੇ। ਇਤਿਹਾਸ ਬਹੁਤ ਵਾਰੀ ਪੜ੍ਹਿਆ, ਬਹੁਤ ਵਾਰੀ ਸੁਣਿਆ, ਬਹੁਤ ਵਾਰੀ ਜਾਣਿਆ ਆਪਾਂ। ਮੈਂ ਸਿਰਫ ਇਸ਼ਾਰੇ ਮਾਤਰ, ਕਿਉਂਕਿ ਮੇਰੀ ਡਿਊਟੀ ਨਿਰੀਖਣ ਕਰਨ ਦੀ ਲੱਗੀ ਹੈ। ਫਿਰ ਗੁਰੂ ਨਾਨਕ ਸਾਹਿਬ ਦੇ ਉਸ ਸਿਧਾਂਤ ਦੀ, ਏਕ ਓਂਕਾਰ ਦੀ ਸਿਖਰ ਹੋਈ ਵਿਸਾਖੀ 1699 ਨੂੰ, ਜਦੋਂ ਵੱਖ-ਵੱਖ ਜਾਤਾਂ ਦੇ ਵਿੱਚੋਂ, ਵੱਖ-ਵੱਖ ਹਿੱਸਿਆਂ ਦੇ ਵਿੱਚੋਂ ਆਏ ਹੋਏ ਪੰਜਾਂ ਦੀ ਚੋਣ ਕਰਕੇ ਗੁਰੂ ਸਾਹਿਬ ਖੁਦ ਇੱਕ ਬਾਟੇ ਚੋਂ ਉਹਨਾਂ ਨੂੰ ਪੌਲ ਦੇ ਦਿੰਦੇ ਨੇ। ਪੌਲ ਦੇ ਕੇ ਤੇ ਉਹਨਾਂ ਨੂੰ 5 ਪਿਆਰੇ ਬਣਾ ਦਿੰਦੇ ਨੇ, ਇਹ ਮੇਰੇ 5 ਪਿਆਰੇ ਨੇ। ਤੇ ਉਹਨਾਂ ਦੇ ਸਾਹਮਣੇ ਆਪ ਬੈਠ ਕੇ ਅਖੰਡੇ ਦੀ ਪੌਲ ਉਹਨਾਂ ਪਾਸੋਂ ਲੈ ਲੈਂਦੇ ਨੇ। ਸਧਾਰਨ ਘਟਨਾ ਨਹੀਂ ਸੀ ਇਹ। ਉਹਦੀ ਉਹ ਜਿਹੜੀ ਸੋਚ ਸੀ ਗੁਰੂ ਨਾਨਕ ਸਾਹਿਬ ਦੀ, ਉਹਦਾ ਕਲਾਈਮੈਕਸ ਸੀ ਇਹ, ਉਹਦਾ ਅਖੀਰ ਸੀ, ਅੰਤ ਸੀ ਉਹਦਾ, ਉਸ ਲਹਿਰ ਦੀ ਤਿਆਰੀ ਦਾ। ਜਦੋਂ ਉਸ ਲਹਿਰ ਦੀ ਤਿਆਰੀ ਉੱਥੋਂ ਤੱਕ ਹੋ ਜਾਂਦੀ ਹੈ, ਤੇ ਇਤਿਹਾਸਕ ਹਵਾਲੇ ਹੈਗੇ ਨੇ ਨਾ, ਕਿ ਪਹਾੜੀ ਰਾਜਿਆਂ ਨੇ ਆਪਣਾ ਡੈਪੂਟੇਸ਼ਨ ਭੇਜਿਆ ਪੰਡਿਤ ਦੀ ਅਗਵਾਈ ਦੇ ਵਿੱਚ, ਕਿ ਅਸੀਂ ਵੀ ਖੰਡੇ ਦੀ ਪੌਲ ਲੈਣ ਨੂੰ ਤਿਆਰ ਹੈ, ਪਰ ਸਾਡੇ ਵਾਸਤੇ ਪੰਗਤ ਵੱਖਰੀ ਲਗਾਈ ਜਾਏ, ਦੀਵਾਨ 'ਚ ਬੈਠਣ ਵਾਸਤੇ ਸਾਡੇ ਵਾਸਤੇ ਸਥਾਨ ਵੱਖਰਾ ਰੱਖਿਆ ਜਾਏ, ਸਾਡੇ ਵਾਸਤੇ ਵੱਖਰਾ ਬਾਟਾ ਤਿਆਰ ਕੀਤਾ ਜਾਏ। ਜਿਹੜੀ ਗੱਲ ਗੁਰੂ ਨਾਨਕ ਸਾਹਿਬ 1469 ਦੇ ਵਿੱਚ ਸ਼ੁਰੂ ਕਰਦੇ ਹੈ, ਤੇ 10ਵੇਂ ਪਾਤਸ਼ਾਹ 230 ਸਾਲ ਬਾਅਦ 1699 ਦੇ ਵਿੱਚ ਜਿਹਨੂੰ ਸੰਪੂਰਨ ਕਰਦੇ ਹੈ, ਉਹਦੇ ਖਿਲਾਫ ਹੀ ਪਹਾੜੀ ਰਾਜੇ ਆਪਣੇ ਡੈਪੂਟੇਸ਼ਨ ਰਾਹੀਂ ਗੁਰੂ ਸਾਹਿਬ ਦੇ ਕੋਲ ਮੰਗ ਭੇਜਦੇ ਹੈ ਕਿ ਸਾਨੂੰ ਵੀ ਇਹ ਗੱਲ ਸਾਡੇ ਵਾਸਤੇ ਵੱਖਰਾ ਦਿੱਤਾ ਜਾਏ। ਤੇ ਗੁਰੂ ਸਾਹਿਬ ਤੇ ਉਹ ਵੱਖਰਾਪਣ ਖਤਮ ਕਰਨ ਵਾਸਤੇ ਹੀ ਸਾਰਾ ਕੁਝ ਕੀਤਾ ਸੀ, ਸਾਰਾ ਕੁਝ ਹੀ ਖਤਮ ਕਰ ਦਿੱਤਾ ਸੀ। ਜਿਨਕੀ ਜਾਤ ਗੋਤ ਕੁਲ ਨਹੀਂ। ਬਹੁਤ ਸਾਰੇ ਪੁਰਾਤਨ ਹਵਾਲੇ ਸਾਡੇ ਸਾਹਮਣੇ ਹੈ, ਜਿਹੜੇ ਅਗਵਾਈ ਰੂਪ ਦੇ ਵਿੱਚ ਸਾਡੀ ਅਗਵਾਈ ਅਸੀਂ ਉਹਦੇ ਹਵਾਲੇ ਦੇ ਸਕਦੇ ਹਾਂ। ਬੇਸ਼ੱਕ ਉਹਨਾਂ ਪੁਰਾਤਨ ਹਵਾਲਿਆਂ ਦੇ ਵਿੱਚ ਬਹੁਤ ਕੁਝ ਮਿਲਾਵਟ ਹੋਈ ਹੈ, ਬਹੁਤ ਕੁਝ ਐਸਾ ਉਹਦੇ ਵਿੱਚ ਆਇਆ ਹੈ ਜਿਹੜਾ ਗੁਰਮਤਿ ਸਿਧਾਂਤ ਦੇ ਖਿਲਾਫ ਸੀਗਾ। ਤੇ ਗੁਰਮਤਿ ਸਿਧਾਂਤ ਦੇ ਖਿਲਾਫ ਹੋਣ ਕਰਕੇ ਕੁਝ ਹਿੱਸਾ ਅਸੀਂ ਕਈ ਵਾਰੀ ਸਾਰੇ ਨੂੰ ਹੀ ਵਿਸਾਰ ਦਿੱਤਾ। ਦਰਅਸਲ ਉਹਦੇ ਵਿੱਚ ਬਹੁਤ ਕੁਝ ਐਸਾ ਸੀ ਜਿਹੜਾ ਲੈ ਕੇ ਸਾਨੂੰ ਅੱਗੇ ਲੈ ਕੇ ਜਾਣ ਦੀ ਲੋੜ ਸੀ। ਸਤਿਗੁਰੂ ਜਦੋਂ ਉਹ ਤੋਂ ਜਵਾਬ ਦੇ ਦਿੰਦੇ ਨੇ, ਬਲਕਿ ਸਤਿਗੁਰੂ ਤੇ ਜਾਣਦੇ ਨੇ ਸਾਰਾ ਕੁਝ। ਅਸੀਂ ਤਾਂ ਕਹਿੰਦੇ ਹਾਂ ਨਾ ਕਿ ਉਹਨਾਂ ਦੀਆਂ ਝੂਠੀਆਂ ਸੌਹਾਂ ਦੇ ਨਾਲ ਸਤਿਗੁਰੂ ਜੀ ਧੋਖੇ ਵਿੱਚ ਆ ਗਏ। ਕਿੰਨੀ ਘਟੀਆ ਗੱਲ ਕਰਦੇ ਹਾਂ ਅਸੀਂ। ਕੋਈ ਸਤਿਗੁਰੂ ਨੂੰ ਵੀ ਧੋਖਾ ਦੇ ਸਕਦਾ ਹੈ? ਕਿ 10ਵੇਂ ਪਾਤਸ਼ਾਹ ਸੱਚਮੁੱਚ ਹੀ ਪਹਾੜੀ ਰਾਜਿਆਂ ਦੀਆਂ ਝੂਠੀਆਂ ਗਊ ਦੀਆਂ ਕਸਮਾਂ ਤੇ ਕੁਰਾਨ ਦੀ ਕਸਮ ਦੇ ਨਾਲ ਧੋਖਾ ਖਾ ਗਏ ਸਨ? ਨਾ, ਬਿਲਕੁਲ ਨਹੀਂ, ਭੁੱਲ ਕੇ ਵੀ ਨਹੀਂ। ਉਹਨਾਂ ਤੇ ਇਹਦੇ ਵਿੱਚੋਂ ਇੱਕ ਗਿਆਨ, ਇੱਕ ਨਵਾਂ ਉਹਦੀ ਕਰਨਾ ਸੀ, ਉਹਨੂੰ ਅਖੀਰ ਤੱਕ ਪਹੁੰਚਾਉਣੀ ਸੀ ਉਸ ਸੋਚ ਨੂੰ। 8 ਮਹੀਨੇ ਘੇਰਾ ਪਿਆ ਰਿਹਾ ਅਨੰਦਪੁਰ ਸਾਹਿਬ ਨੂੰ।
ਔਰ ਉਸ 8 ਮਹੀਨੇ ਦਾ ਘੇਰਾ ਪਹਿਲਾਂ ਪਹਾੜੀ ਰਾਜੇ ਲੜਦੇ ਰਹੇ, ਪੇਸ਼ ਨਹੀਂ ਗਈ, ਤੇ ਵਜ਼ੀਰ ਖਾਨ ਨੂੰ ਪਹੁੰਚ ਕਰਕੇ ਮੁਗਲ ਫੌਜ ਮੰਗਵਾਈ, ਮੁਗਲਾਂ ਰਾਹੀਂ ਘੇਰਾ ਪੱਕਾ ਕਰਵਾਇਆ ਗਿਆ। 10 ਲੱਖ ਦੀ ਭੀੜ ਇਕੱਠੀ ਕੀਤੀ, ਉਹਦੇ ਵਿੱਚ ਸਿਰਫ ਫੌਜ ਹੀ ਨਹੀਂ ਹੈ, ਲੁਟੇਰੇ ਵੀ ਨੇ, ਜਿਨ੍ਹਾਂ ਨੂੰ ਇਹ ਲੱਗਦਾ ਹੈ ਕਿ ਪਤਾ ਨਹੀਂ ਅਨੰਦਪੁਰ ਸਾਹਿਬ ਦੇ ਵਿੱਚ ਕਿੰਨੀ ਕੁ ਦੌਲਤ ਪਈ ਹੈ, ਜਦੋਂ ਨੇ ਲੁੱਟਾਂਗੇ ਤੇ ਸਾਨੂੰ ਵੀ ਬੜਾ ਹੱਥ ਰੰਗਣ ਨੂੰ, ਅਸੀਂ ਵੀ ਲੁੱਟਾਂਗੇ, ਉਹਦੇ ਵਿੱਚੋਂ ਲੁੱਟ ਦਾ ਮਾਲ ਸਾਨੂੰ ਵੀ ਮਿਲੂਗਾ, ਇਸ ਕਰਕੇ ਅਸੀਂ ਵੀ ਚੱਲਦੇ ਹਾਂ। ਸਾਰਾ ਕੁਝ ਹੋ ਗਿਆ, ਸਾਰੀਆਂ ਝੂਠੀਆਂ ਕਸਮਾਂ ਖਾਧੀਆਂ ਗਈਆਂ, ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡ ਦਿੱਤਾ, ਸਰਸਾ ਦੇ ਕੰਢੇ ਲੜਾਈ ਹੋ ਗਈ, ਚਮਕੌਰ ਦੀ ਕੱਚੀ ਹਵੇਲੀ ਵਿੱਚ ਚਲੇ ਗਏ। ਮੈਂ ਸੁਣ ਰਿਹਾ ਸੀ ਪਿਛਲੇ ਹਫ਼ਤੇ ਸਰ ਹਰਜੀਤ ਸਿੰਘ ਗੁਰਾਂ ਨੇ ਵੱਡੇ ਸਾਹਿਬਜ਼ਾਦੇ ਦੀ ਸ਼ਹਾਦਤ ਦੇ ਬਾਰੇ ਕਾਫੀ ਡਿਟੇਲ 'ਚ ਗੱਲ ਕੀਤੀ ਸੀ, ਮੈਂ ਇਸ਼ਾਰੇ ਮਾਤਰੀ ਕਰਾਂਗਾ। ਚਮਕੌਰ ਦੀ ਗੜੀ ਵਿੱਚ ਲੜਾਈ ਹੋ ਗਈ, ਸਿੰਘ ਸ਼ਹੀਦ ਹੋ ਗਏ, ਸਾਹਿਬਜ਼ਾਦੇ ਸ਼ਹੀਦ ਹੋ ਗਏ, 10ਵੇਂ ਪਾਤਸ਼ਾਹ ਸਹੀ ਸਲਾਮਤ 3 ਸਿੰਘਾਂ ਦੇ ਸਮੇਤ ਉਸ ਕੱਚੀ ਹਵੇਲੀ 'ਚੋਂ ਨਿਕਲ ਕੇ ਚਲੇ ਜਾਂਦੇ ਆ। 10 ਲੱਖ ਦਾ ਫੌਜ ਦਾ ਘੇਰਾ ਅਨੰਦਪੁਰ ਸਾਹਿਬ ਨੂੰ ਪਿਆ ਹੋਇਆ। ਅਨੰਦਪੁਰ ਸਾਹਿਬ ਦੇ ਬਾਹਰ ਨਿਕਲਦੇ ਪਿੱਛੋਂ ਹਮਲਾ ਕਰ ਦਿੱਤਾ ਹੈ। ਉਸ ਦੇ ਬਾਵਜੂਦ ਵੀ ਉਹ ਗੁਰੂ ਸਾਹਿਬ ਦਾ ਕੁਝ ਨਾ ਵਿਗਾੜ ਸਕੇ। ਬੇਸ਼ੱਕ ਬੜਾ ਨੁਕਸਾਨ ਹੋਇਆ, ਬੜੇ ਮੁਖੀ ਸਿੰਘਾਂ ਦੀਆਂ ਸ਼ਹਾਦਤਾਂ ਹੋਈਆਂ ਰਸਤੇ ਦੇ ਵਿੱਚ, ਭਾਈ ਬਚਿੱਤਰ ਸਿੰਘ ਦੀ ਸ਼ਹਾਦਤ ਹੋਈ, ਭਾਈ ਉਦੈ ਸਿੰਘ ਦੀ ਸ਼ਹਾਦਤ ਹੋਈ, ਬਾਕੀ ਸ਼ਹਾਦਤਾਂ ਹੋਈਆਂ। 500 ਲੜਾਕੇ ਸਿੰਘ ਲੈ ਕੇ 10ਵੇਂ ਪਾਤਸ਼ਾਹ ਪਹੁੰਚੇ, 150 ਦੇ ਨਾਲ ਕ੍ਰਾਸ ਕੀਤਾ ਸਰਸਾ ਦਰਿਆ, ਤੇ 150 ਦੇ ਵਿੱਚੋਂ 40 ਰਹਿ ਗਏ ਚਮਕੌਰ ਦੀ ਹਵੇਲੀ 'ਚ ਪਹੁੰਚਦਿਆਂ, ਬਾਕੀ ਸਾਰੇ ਰਸਤੇ ਦੇ ਵਿੱਚ ਸ਼ਹੀਦ ਹੋ ਗਏ ਜਾਂ ਖਿਲਰ ਗਏ, ਸਰਸਾ ਪਾਰ ਕਰਦਿਆਂ ਖਿੰਡ ਗਏ, ਵਿਛੜ ਗਏ ਆਪਣੇ ਸੰਗ ਤੋਂ। ਛੋਟੀ ਘਟਨਾ ਨਹੀਂ ਇਹ ਵੀ, ਇੰਨਾ ਵੱਡਾ ਘੇਰਾ, ਲੜਾਈ ਹੋਈ, ਸਿੰਘ ਬਹਾਦਰੀ ਨਾਲ ਜੂਝਦੇ ਸ਼ਹੀਦੀ ਪ੍ਰਾਪਤ ਕਰ ਗਏ, 2 ਸਾਹਿਬਜ਼ਾਦੇ ਸ਼ਹੀਦ ਹੋ ਗਏ, ਬਹੁਤ ਵੱਡੀ ਘਟਨਾ ਹੈ। ਉਸ ਤੋਂ ਵੀ ਵੱਡੀ ਘਟਨਾ ਇਹ ਹੈ ਕਿ ਗੁਰੂ ਸਾਹਿਬ ਪੰਥ ਦਾ ਹੁਕਮ ਮੰਨ ਕੇ, ਮੈਂ ਸ਼ਬਦ ਉਚੇਚਾ ਵਰਤਣਾ ਹੈ, ਮੈਂ ਜਿਹੜੀ ਨਿਰੀਖਣ ਕਰਦੇ ਨੇ ਜਿੱਥੇ ਤੁਹਾਨੂੰ ਲੈ ਕੇ ਆਉਣਾ ਆਪਣੀ ਸੋਚ ਨੂੰ, ਅੱਜ ਦੀ ਵਿਚਾਰ ਨੂੰ, ਉਹਦੇ ਲਈ ਇਹ ਬਹੁਤ ਜ਼ਰੂਰੀ ਹੈ। ਸੱਚੇ ਪਾਤਸ਼ਾਹ ਦੂਸਰੇ ਦਿਨ ਮੈਦਾਨੇ ਜੰਗ ਦੇ ਵਿੱਚ ਸ਼ਹੀਦ ਹੋਣਾ ਚਾਹੁੰਦੇ ਸਨ, ਲੜਾਈ ਲੜ ਕੇ। ਪੰਥ ਮਤਾ ਕਰਦਾ ਨਾ ਜੀ, ਪੰਥ ਨੇ ਗੁਰਮਤਾ ਕਰ ਲਿਆ ਹੈ, ਆਪ ਜੀ ਗੜੀ ਛੱਡ ਕੇ ਚਲੇ ਜਾਓ, ਔਰ 10ਵੇਂ ਪਾਤਸ਼ਾਹ ਉਹ ਗੜੀ ਛੱਡ ਕੇ ਚਲੇ ਜਾਂਦੇ ਨੇ। ਇੱਥੇ ਉਹ ਜਿਹੜੀ ਸੋਚ ਹੈ, ਸ਼ਬਦ ਗੁਰੂ ਦੀ ਸੋਚ, ਗੁਰੂ ਗ੍ਰੰਥ ਸਾਹਿਬ ਦੀ ਸੋਚ, ਤੇ ਉਹਦੇ ਨਾਲ ਉਹ ਜਿਹੜੀ ਇੱਕ ਪੰਚ ਪ੍ਰਧਾਨੀ ਸੋਚ ਹੈ, ਉਹਨੂੰ ਵੱਖਰਾ ਕਰਕੇ ਨਾ ਵੇਖੀਏ। पंथ की रहेगी तो ग्रंथ की रहेगी नाथ, पंथ ना रहा तो तेरा ग्रंथ कौन मानेगा। एक हवाला है, सिद्धांत नहीं है, एग्जाम्पल है एक। ਉੱਥੇ ਪੰਜ ਪ੍ਰਧਾਨੀ ਸਿਸਟਮ ਦੇ ਰੂਪ ਦੇ ਵਿੱਚ ਪੰਥਕ ਸ਼ਕਤੀ ਹੈ ਜਿਹੜੀ, ਉਹਦੀ ਬਹੁਤ ਅਹਿਮੀਅਤ ਹੈ। ਚਮਕੌਰ ਦੀ ਗੜੀ ਦੇ ਵਿੱਚ ਸੱਚਮੁੱਚ ਹੀ ਦੂਏ ਦਿਨ 10ਵੇਂ ਪਾਤਸ਼ਾਹ ਸ਼ਹੀਦ ਹੋ ਜਾਂਦੇ ਤੇ ਸਾਰਾ ਇਤਿਹਾਸ ਹੀ ਹੋਰ ਹੋਣਾ ਸੀ। ਪੰਥ ਇੱਥੇ ਆਪਣੀ ਜ਼ਿੰਮੇਵਾਰੀ ਸਮਝਦਾ ਹੈ। ਮੈਂ ਜਿਹੜੀ ਗੱਲ ਤੁਹਾਡੇ ਧਿਆਨ ਦੇ ਵਿੱਚ ਲੈ ਕੇ ਆਉਣੀ ਹੈ, ਇੱਥੇ ਵੱਖ-ਵੱਖ ਲੋਕ ਨੇ, ਵੱਖ-ਵੱਖ ਪਰਸਨੈਲਿਟੀਜ਼ ਹੈ। ਉਹਨਾਂ ਪਰਸਨੈਲਿਟੀਜ਼ ਦੇ ਵਿੱਚ 10ਵੇਂ ਪਾਤਸ਼ਾਹ ਆਪ ਨੇ, 11 ਸਿੰਘ ਨੇ ਚਮਕੌਰ ਦੀ ਗੜੀ ਵਿੱਚ ਰੁਕੇ ਹੋਏ ਜਿਹੜੇ ਬਚੇ ਨੇ ਰਾਤ ਨੂੰ, ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬਜ਼ਾਦੇ ਵੱਖਰੇ ਨੇ। ਹਰ ਮੁਹਾਜ ਦੇ ਉੱਤੇ ਆਪਣੇ ਆਪਣੇ ਤਰੀਕੇ ਦੇ ਨਾਲ ਉਹਦਾ ਮੁਕਾਬਲਾ ਕੀਤਾ ਜਾ ਰਿਹਾ ਹੈ, ਇੱਕ ਲੜਾਈ ਲੜੀ ਜਾ ਰਹੀ ਹੈ। ਚਮਕੌਰ ਦੀ ਗੜੀ ਦੇ ਵਿੱਚ ਮੈਦਾਨੇ ਜੰਗ ਦੇ ਵਿੱਚ ਲੜਾਈ ਲੜੀ ਜਾ ਰਹੀ ਹੈ। ਜਿਸ ਵੇਲੇ ਸਾਹਿਬਜ਼ਾਦਿਆਂ ਦੇ ਜੂਝਣ ਦਾ ਸਮਾਂ ਆਉਂਦਾ ਹੈ, ਉਹ ਮੈਦਾਨੇ ਜੰਗ ਦੇ ਵਿੱਚ 5-5 ਸਿੰਘਾਂ ਸਮੇਤ ਏਦਾਂ ਜੂਝਦੇ ਨੇ ਕਿ ਉਹ ਦੁਸ਼ਮਣ ਫੌਜਾਂ ਵੀ ਜਿਹੜੀਆਂ ਮੂੰਹ ਦੇ ਵਿੱਚ ਉਂਗਲਾਂ ਪੈ ਜਾਂਦੀਆਂ ਉਹਨਾਂ ਦੇ, ਵੀ ਹੈ ਇੱਕ ਕਿਸ ਤਰੀਕੇ ਨਾਲ ਏਦਾਂ ਬਹਾਦਰੀਆਂ ਲੜੀ ਜਾਂਦੇ ਨੇ, ਕਿਵੇਂ ਇੰਨੀ ਵੱਡੀ ਫੌਜ ਦਾ ਮੁਕਾਬਲਾ ਕਰੀ ਜਾਂਦੇ ਨੇ, ਕਿ ਕਿਵੇਂ, ਕਿਹੜੀ ਸ਼ਕਤੀ ਹੈ ਇਹਨਾਂ ਦੇ ਕੋਲ। ਉਹਨਾਂ ਦੇ ਅੰਦਰ ਉਹ ਜਿਹੜੀ ਸ਼ਕਤੀ ਦਾ ਇੱਕ ਵਹਿਮ ਹੈ, ਉਹ ਇਸ ਹੱਦ ਤੱਕ ਪੈ ਜਾਂਦਾ ਹੈ ਕਿ ਉਹਨਾਂ ਦੇ ਆਪਣਾ ਆਪ ਹੀ ਇੱਕ ਭੈ ਦੇ ਵਿੱਚ ਆ ਜਾਂਦਾ ਹੈ, ਇੱਕ ਡਰ ਦੇ ਵਿੱਚ ਆ ਜਾਂਦਾ ਹੈ ਕਿ ਇਹਨਾਂ ਨੂੰ ਹਰਾਇਆ ਨਹੀਂ ਜਾ ਸਕਦਾ, ਇਹ ਤਾਂ ਇੰਨੇ ਤਾਕਤਵਰ ਹੈ। ਇੱਥੇ ਸਾਹਿਬਜ਼ਾਦੇ, ਵੱਡੇ ਸਾਹਿਬਜ਼ਾਦੇ ਮੈਦਾਨੇ ਜੰਗ ਦੇ ਵਿੱਚ ਆਪਣੇ ਫਰਜ਼ ਦੀ ਪੂਰਤੀ ਕਰ ਰਹੇ ਨੇ। 10ਵੇਂ ਪਾਤਸ਼ਾਹ ਉਸ ਮਮਟੀ ਦੇ ਵਿੱਚ ਬੈਠ ਕੇ ਜਾਂ ਚੁਆਰੇ ਦੇ ਵਿੱਚ ਬੈਠ ਕੇ ਆਪਣੇ ਫਰਜ਼ ਦੀ ਪੂਰਤੀ ਕਰ ਰਹੇ ਨੇ, ਆਪਣੀ ਡਿਊਟੀ ਨਿਭਾ ਰਹੇ ਨੇ, ਅਗਵਾਈ ਕਰ ਰਹੇ ਨੇ, ਲੜਾਈ ਕਰ ਰਹੇ ਨੇ। ਬਾਕੀ ਦੇ ਸਿੰਘ ਜਿਹੜੇ ਸ਼ਹੀਦ ਹੋਣ ਤੋਂ ਸ਼ਾਮ ਤੱਕ ਬਚ ਜਾਂਦੇ ਨੇ, ਉਹ ਰਾਤ ਨੂੰ ਮਤਾ ਕਰਕੇ ਗੁਰੂ ਸਾਹਿਬ ਦੇ ਵਾਸਤੇ ਅਗਲਾ ਪੰਥਕ ਪ੍ਰੋਗਰਾਮ ਦੇ ਦਿੰਦੇ ਨੇ
ਕਿ ਆਪ ਜੀ ਗੜੀ ਛੱਡ ਕੇ ਚਲੇ ਜਾਓ। ਇੱਥੇ 3-4 ਵੱਖ-ਵੱਖ ਅਥਾਰਟੀਜ਼, ਵੱਖ-ਵੱਖ ਪਰਸਨੈਲਿਟੀਜ਼, ਵੱਖ-ਵੱਖ ਸੋਚ ਕੰਮ ਕਰ ਰਹੀ ਹੈ। ਹਰ ਕੋਈ ਆਪਣੀ ਆਪਣੀ ਸੋਚ ਉੱਤੇ ਕਾਇਮ ਹੈ, ਤੇ ਉਹ ਸਾਰੀ ਜਿਹੜੀ ਸੋਚ ਦਾ ਇੱਕ ਧੁਰਾ ਹੈ ਉਹ ਪੰਥਕ ਪੰਚ ਪ੍ਰਧਾਨੀ ਸਿਸਟਮ ਹੈ ਤੇ ਗੁਰੂ ਸ਼ਬਦ ਦੀ ਅਗਵਾਈ ਹੈ। ਔਰ ਉਹਦੇ ਰਾਹੀਂ 10ਵੇਂ ਪਾਤਸ਼ਾਹ ਸਵੇਰੇ ਗੜੀ ਛੱਡ ਕੇ ਹਵੇਲੀ ਅੰਮ੍ਰਿਤ ਵੇਲੇ ਤਿੰਨ ਸਿੰਘਾਂ ਨੂੰ ਲੈ ਕੇ ਵੱਖ-ਵੱਖ ਦਿਸ਼ਾਵਾਂ ਦੇ ਵਿੱਚ ਨਿਕਲ ਜਾਂਦੇ ਨੇ, ਨਾਰੇ ਮਾਰਦੇ, ਜਕਾਰੇ ਛੱਡਦੇ, ਅੱਗੇ ਅਗਲੇ ਸਫ਼ਰ ਤੇ ਚੱਲ ਜਾਂਦੇ। ਛੋਟੇ ਸਾਹਿਬਜ਼ਾਦੇ ਮਾਤਾ ਜੀ ਦੇ ਨਾਲ ਦਰਿਆ ਪਾਰ ਕਰਕੇ ਗੰਗੂ ਰਾਹੀਂ, ਜਾਂ ਇੱਥੇ ਮੈਂ ਇਹ ਗੱਲ ਇਸ਼ਾਰੇ ਮਾਤਰ ਕਰ ਹੀ ਦਿਆਂ, ਇਤਿਹਾਸਕ ਹਵਾਲੇ ਸਾਹਮਣੇ ਆ ਰਹੇ ਹੈ। ਮੈਨੂੰ ਆਸ ਹੈ ਮੈਨੂੰ ਕਿ ਆਉਣ ਵਾਲੇ ਕੁਝ ਸਾਲਾਂ ਤੱਕ ਇਹ ਸੱਚ ਤੋਂ ਵੀ ਪਰਦਾ ਚੁੱਕਿਆ ਜਾਣਾ ਹੈ ਕਿ ਕੀ ਕੋਈ ਗੰਗੂ ਨਾਂ ਦਾ ਬ੍ਰਾਹਮਣ ਹੋਇਆ ਵੀ ਹੈ ਕਿ ਇੱਕ ਮਨਘੜਤ ਪਰਸਨੈਲਿਟੀ ਬਣਾ ਕੇ ਆਪਣੀ ਜ਼ਿੰਮੇਵਾਰੀ ਉਹਦੇ ਸਿਰ ਤੇ ਪਾ ਕੇ ਆਪਣੇ ਆਪ ਨੂੰ ਇਹਦੇ ਵਿੱਚੋਂ ਪਾਕ ਸਾਫ਼ ਕਰਨ ਦਾ ਯਤਨ ਕੀਤਾ ਗਿਆ ਹੈ। ਬਹੁਤ ਸਾਰੀਆਂ ਐਸੀਆਂ ਤਾਕਤਾਂ ਹੈਗੀਆਂ ਨੇ ਜਿਹਦੇ ਬਾਰੇ ਜੇ ਤੋਂ ਪਰਦੇ ਚੱਕਣੇ ਜ਼ਰੂਰੀ ਹੈ। ਆਉਣ ਵਾਲੇ ਸਮੇਂ ਦੇ ਵਿੱਚ ਇਹ ਗੱਲ ਹੋਏਗੀ। ਚਮਕੌਰ ਦੀ ਗੜੀ ਵਿੱਚ ਪਹੁੰਚ ਜਾਂਦੇ ਨੇ ਮੋਰੰਡੇ ਦੇ ਕੋਤਵਾਲ ਰਾਹੀਂ। ਚਮਕੌਰ ਦੀ ਗੜੀ ਵਿੱਚ ਜਦੋਂ ਪੇਸ਼ੀ ਹੁੰਦੀ ਹੈ ਛੋਟੇ ਸਾਹਿਬਜ਼ਾਦਿਆਂ ਦੀ, ਤੇ ਉਹਨਾਂ ਅੰਦਰ ਇੰਨੀ ਸਿਰੜ, ਇੰਨੀ ਨਿਡਰਤਾ, ਨਿਰਭਉਤਾ, ਉਹ ਕਿੱਥੋਂ ਆਉਂਦੀ ਹੈ? ਉਹਦਾ ਸਰੋਤ ਕੀ ਹੈ? ਕੀ ਇੰਨਾ ਹੀ ਕਾਫੀ ਹੈ ਕਿ ਉਹ 10ਵੇਂ ਪਾਤਸ਼ਾਹ ਦੇ ਪੁੱਤਰ ਨੇ, ਜਾਂ ਕੀ ਇੰਨਾ ਹੀ ਕਾਫੀ ਹੈ ਕਿ ਉਹਨਾਂ ਨੇ ਖੰਡੇ ਦੀ ਪੌਲ ਲਈ ਹੈ? ਕੀ ਇੰਨਾ ਹੀ ਕਾਫੀ ਹੈ ਕਿ ਉਹ ਦਾਦੀ ਨੇ ਉਹਨਾਂ ਨੂੰ ਚੜ੍ਹਦੀ ਕਲਾ ਵਿੱਚ ਰਹਿਣ ਦੀ ਤਾਕੀਦ ਕਰਕੇ ਭੇਜਿਆ? ਸੌਖਾ ਨਹੀਂ ਹੁੰਦਾ। ਛੋਟੀ ਛੋਟੀ ਉਮਰ ਹੈ, 7 ਸਾਲ ਜਾਂ 9 ਸਾਲ ਜਾਂ 6 ਸਾਲ ਜਾਂ 8 ਸਾਲ ਜਿੰਨੀ ਵੀ ਹੈ। ਉਸ ਦੇ ਬਾਵਜੂਦ ਵੀ ਉਹਦੀ ਕਚਹਿਰੀ ਦੇ ਵਿੱਚ ਇੰਨੀ ਦ੍ਰਿੜਤਾ ਦੇ ਨਾਲ ਆਪਣੀ ਗੱਲ ਦੇ ਉੱਤੇ ਕਾਇਮ ਰਹਿਣਾ। ਲਾਲਚ ਦਿੱਤੇ ਜਾ ਰਹੇ ਹੈ, ਉਹਨਾਂ ਨੂੰ ਲੈ ਕੇ ਬਾਹਰ ਬਾਜ਼ਾਰ ਦੇ ਵਿੱਚ ਚੱਕਰ ਲਗਾਇਆ ਜਾ ਰਿਹਾ ਪਹਿਰੇ ਹੇਠ, ਤੇ ਉਹ ਖਿਡੌਣਿਆਂ ਦੀਆਂ ਦੁਕਾਨਾਂ ਤੇ ਨਹੀਂ ਜਾਂਦੇ, ਹਥਿਆਰਾਂ ਦੀਆਂ ਦੁਕਾਨਾਂ ਤੇ ਜਾਂਦੇ ਹੈ। ਜਦੋਂ ਵਾਪਸ ਦਰਬਾਰ ਦੇ ਵਿੱਚ ਆ ਕੇ ਉਹਨਾਂ ਨੂੰ ਪੁੱਛਿਆ ਜਾਂਦਾ ਹੈ ਕਿ ਜੇ ਛੱਡ ਦਈਏ ਤੁਹਾਨੂੰ ਫਿਰ ਕੀ ਕਰੋਗੇ? ਤੁਹਾਡੇ ਤੇ ਤਰਸ ਕਰਕੇ, ਛੋਟੇ ਛੋਟੇ ਉਮਰ ਆ ਤੁਹਾਡੀ, ਤੁਹਾਨੂੰ ਛੱਡ ਦਿੱਤਾ ਜਾਏ, ਕੀ ਕਰੋਗੇ? ਜਿਹੜਾ ਉਹਨਾਂ ਦਾ ਜਵਾਬ ਹੈ ਉਹ ਇੱਕ ਖਾਸ ਧਿਆਨ ਮੰਗਦਾ ਹੈ। ਅਸੀਂ ਬਾਹਰ ਜਾਵਾਂਗੇ, ਸਿੰਘਾਂ ਨੂੰ ਇਕੱਠਿਆਂ ਕਰਾਂਗੇ, ਫੌਜ ਬਣਾਵਾਂਗੇ, ਹਥਿਆਰ ਇਕੱਠੇ ਕਰਾਂਗੇ, ਹਥਿਆਰ ਇਕੱਠੇ ਕਰਕੇ ਇਸ ਜ਼ਾਲਮ ਹਕੂਮਤ ਦੇ ਖਿਲਾਫ ਬਗਾਵਤ ਕਰਾਂਗੇ। ਇੱਕ ਪਾਸੇ ਲਾਲਚ ਹੈ, ਇੱਕ ਪਾਸੇ ਸੁਨਹਿਰੇ ਭਵਿੱਖ ਦੇ ਸੁਪਨੇ ਨੇ, ਇੱਕ ਪਾਸੇ ਡਰਾਵੇ ਹੈ, ਤੇ ਉਸ ਤੋਂ ਬਾਅਦ ਅਗਲੇ ਦਿਨ ਸੱਚਮੁੱਚ ਹੀ ਉਹਨਾਂ ਨੂੰ ਤਸੀਹੇ ਦਿੱਤੇ ਜਾਂਦੇ ਆ। ਤੇ ਤਸੀਹੇ ਵੀ ਛੋਟੇ ਨਹੀਂ, ਛੋਟੀਆਂ ਗੱਲਾਂ ਨਹੀਂ ਹੁੰਦੀਆਂ ਇਹ। ਪਿੱਪਲ ਦੇ ਦਰਖਤ ਨਾਲ ਬੰਨ੍ਹ ਕੇ ਗਲੇਲੇ ਦੇ ਨਾਲ ਪੱਥਰ ਮਾਰ ਮਾਰ ਕੇ ਉਹਨਾਂ ਦੇ ਚਿਹਰੇ ਜ਼ਖਮੀ ਕਰਦੇ ਨੇ, ਉਹਨਾਂ ਦੇ ਹੱਥਾਂ ਦੇ ਪੋਟੇ ਗਰਮ ਤਵੇ ਤੇ ਰੱਖ ਕੇ ਸਾੜ ਦੇਣੇ, ਉਹਨਾਂ ਦੇ ਨਹੁੰ ਖਿੱਚ ਦੇਣੇ, ਉਹਨਾਂ ਦੇ ਹੱਥਾਂ ਦੇ ਉੱਤੇ ਗਰਮ ਸੀਖਾਂ ਕਰਕੇ ਹੱਥ ਸਾੜ ਦੇਣੇ। ਸਧਾਰਨ ਗੱਲ ਨਹੀਂ ਹੁੰਦੀ ਹੈ। ਉਹ ਵੀ ਜਕਾਰੇ ਛੱਡਦੇ। ਉਹਨਾਂ ਦੇ ਅੰਦਰ ਉਹ ਜਿਹੜੀ ਦ੍ਰਿੜਤਾ ਹੈ ਆਪਣੇ ਸਿਧਾਂਤ ਤੇ ਕਾਇਮ ਰਹਿਣ ਦੀ, ਉਹਦੇ ਪਿੱਛੇ ਜਿਹੜਾ ਰਾਜ਼ ਹੈ ਨਾ, ਜੋ ਮੈਨੂੰ ਸਮਝ ਆਉਂਦਾ ਹੈ, ਉਹ ਵੀ ਇਹੀ ਹੈ। ਉਹਨਾਂ ਨੂੰ ਆਪਣੇ ਮਨਾਂ ਦੇ ਅੰਦਰ ਪੰਥਕ ਤਾਕਤ ਦੇ ਉੱਤੇ ਵਿਸ਼ਵਾਸ ਹੈ, ਭਰੋਸਾ ਹੈ ਪੰਥਕ ਸ਼ਕਤੀ ਦੇ ਉੱਤੇ। ਬੇਸ਼ੱਕ ਵਜ਼ੀਰ ਖਾਨ ਉਹਨਾਂ ਨੂੰ ਕਹਿ ਦਿੰਦਾ ਤੁਹਾਡੇ ਪਿਤਾ ਨੂੰ ਮਾਰ ਲਿਆ, ਤੁਹਾਡੇ ਭਰਾ ਵੀ ਮਾਰ ਦਿੱਤੇ ਹੈ, ਤੁਹਾਡੇ ਸਿੰਘ ਵੀ ਸਾਰੇ ਮਾਰ ਦਿੱਤੇ, ਹੁਣ 2 ਹੀ ਬਚੇ ਹੋ, ਜਾਂ ਤੁਹਾਡੀ ਦਾਦੀ ਆ ਬੁੱਢੀ, ਹੋਰ ਕੋਈ ਨਹੀਂ ਬਚਿਆ, ਕਿੱਥੇ ਜਾਓਗੇ ਤੁਸੀਂ? ਪਰ ਉਹਨਾਂ ਨੂੰ ਇਹ ਗੱਲ ਦਾ ਪਤਾ ਕਿ ਉਹ ਜਿਹੜਾ ਗੁਰੂ ਨਾਨਕ ਦਾ ਸਿਧਾਂਤ ਸ਼ਬਦ ਰੂਪ ਦੇ ਵਿੱਚ ਹੈ, ਉਸ ਸ਼ਬਦ ਨੂੰ ਮੰਨਣ ਵਾਲੇ ਜਿਹੜੇ ਮਰਜੀਵੜੇ ਆ ਨਾ, ਉਹ ਖਾਲਸਾ ਪੰਥ ਦੇ ਰੂਪ ਦੇ ਵਿੱਚ ਦੁਬਾਰਾ ਫਿਰ ਖੜੇ ਹੋਣਗੇ। ਉਹ ਜਿਹੜੀ ਪੰਥਕ ਤਾਕਤ ਹੈ, ਪੰਥਕ ਸ਼ਕਤੀ ਹੈ, ਇੱਕ ਪੰਥਕ ਸਮੂਹ ਦੀ ਤਾਕਤ ਹੈ ਜਿਹੜੀ, ਉਹਦੇ ਉੱਤੇ ਉਹਨਾਂ ਦਾ ਭਰੋਸਾ ਹੈ, ਔਰ ਉਸੇ ਭਰੋਸੇ ਕਰਕੇ ਹੀ ਉਹ ਉੱਥੇ ਆਪਣੀ ਹਰ ਕੁਰਬਾਨੀ ਦੇਣ ਲਈ ਤਿਆਰ ਹੋ ਜਾਂਦੇ ਆ। ਜਦੋਂ
ਸਾਰੇ ਤਸੀਹੇ ਦਿੱਤੇ ਗਏ, ਸਾਰਾ ਜ਼ੋਰ ਲਾ ਲਿਆ। ਸ਼ੇਰ ਮੁਹੰਮਦ ਖਾਂ ਦਰਬਾਰ ਦੇ ਵਿੱਚੋਂ ਹਾਂ ਦਾ ਨਾਅਰਾ ਮਾਰ ਕੇ ਵਾਕ ਆਊਟ ਕਰ ਗਿਆ, ਹੋਰ ਵੀ ਦਰਬਾਰੀ ਕਰ ਗਏ। ਵਜ਼ੀਰ ਖਾਂ ਦੀ ਆਪਣੀ ਬੇਗਮ ਜ਼ੈਨਬ ਵੀ ਉਹਨੂੰ ਲਾਹਣਤਾਂ ਪਾਉਂਦੀ ਹੈ, ਇਹ ਕੀ ਕਰਨ ਲੱਗਾ ਤੂੰ। ਸਰਹੰਦ ਦੇ ਹੋਰ ਲੋਕਾਂ ਨੇ ਵੀ ਕਿਹਾ ਹੋਣਾ, ਜੇ ਉੱਥੇ ਬਾਬਾ ਮੋਤੀ ਰਾਮ ਮਹਿਰਾ ਰਾਤ ਨੂੰ ਦੁੱਧ ਦੀ ਸੇਵਾ ਕਰ ਸਕਦਾ ਹੈ, ਤੇ ਮੋਤੀ ਰਾਮ ਮਹਿਰਾ ਵਰਗੇ ਹੋਰ ਵੀ ਸਿੱਖ ਹੋਣਗੇ ਜਿਨ੍ਹਾਂ ਨੇ ਆਪਣੇ ਆਪਣੇ ਤੌਰ ਦੇ ਉੱਤੇ ਕੋਸ਼ਿਸ਼ਾਂ ਕੀਤੀਆਂ ਹੋਣਗੀਆਂ ਕਿ ਇਹ ਜ਼ੁਲਮ ਨਾ ਹੋਵੇ। ਜਦੋਂ ਸਰਹੰਦ ਦੀਆਂ ਬਾਜ਼ਾਰਾਂ ਦੇ ਵਿੱਚ, ਗਲੀਆਂ ਦੇ ਵਿੱਚ ਰਾਤ ਨੂੰ ਚਾਦਰ ਘੁਮਾਈ ਗਈ, ਜਿਹਦੇ ਰਾਹੀਂ ਮੋਹਰਾਂ ਇਕੱਠੀਆਂ ਕਰਕੇ ਖੜੀਆਂ ਕਰਕੇ ਸਵੇਰ ਨੂੰ ਖਰੀਦੀਆਂ ਗਈਆਂ ਜਿਹੜੀਆਂ, ਤੇ ਜਿਹਦਾ ਨਾਲ ਸੰਗਤ ਗਈ ਉਹਨਾਂ ਨੂੰ ਨਾਲ ਲੈ ਕੇ ਉਹਨਾਂ ਦੇ ਬਵਾਨ ਨੂੰ ਸੰਸਕਾਰ ਕਰਨ ਵਾਸਤੇ, ਉਹਨਾਂ ਰਾਹੀਂ ਵੀ ਤਾਂ ਕੋਸ਼ਿਸ਼ਾਂ ਕੀਤੀਆਂ ਹੋਣਗੀਆਂ, ਗਈਆਂ ਹੋਣਗੀਆਂ ਕੋਸ਼ਿਸ਼ਾਂ, ਪਰ ਉਸ ਦੇ ਬਾਵਜੂਦ ਵੀ ਉਹ ਗੱਲ ਬਣ ਨਾ ਸਕੀ। ਅਗਲੇ ਦਿਨ ਨੀਹਾਂ ਵੇਚਣ ਤੋਂ ਬਾਅਦ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ, ਮਾਤਾ ਵੀ ਸ਼ਹੀਦ ਕਰ ਦਿੱਤੀ ਗਈ। ਸਾਰਾ ਕੁਝ ਹੋ ਗਿਆ। ਉਸ ਤੋਂ ਬਾਅਦ ਦੀ ਜਿਹੜੀ ਵਜ਼ੀਰ ਖਾਂ ਦੀ ਜਿਹੜੀ ਮਾਨਸਿਕ ਅਵਸਥਾ ਹੈ, ਉਹਦੇ ਵੱਲ ਥੋੜਾ ਧਿਆਨ ਦਿਓ। ਉਹਦੀ ਕੀ ਹਾਲਤ ਹੋਈ ਹੋਵੇਗੀ। 10 ਲੱਖ ਦਾ ਘੇਰਾ ਪਾਇਆ, ਏਡੀ ਦੂਰ ਤੱਕ ਸ਼ਿਕਾਰ ਖੇਡਿਆ, 40 ਲੋਕਾਂ ਨੂੰ ਅਸੀਂ ਕੱਚੀ ਹਵੇਲੀ ਚੋਂ ਫੜ ਨਾ ਸਕੇ, ਉਹਨਾਂ ਨੂੰ ਸਾਰਿਆਂ ਨੂੰ ਮਾਰ ਨਾ ਸਕੇ। ਬੇਸ਼ੱਕ ਸੰਗਤ ਸਿੰਘ ਦੇ ਰੂਪ ਦੇ ਵਿੱਚ ਸਿਰ ਵੱਢ ਕੇ ਜਦੋਂ ਲੈ ਕੇ ਗਏ, ਖੁਸ਼ੀਆਂ ਮਨਾਈਆਂ ਗਈਆਂ ਹੋਣਗੀਆਂ ਕੁਝ ਸਮੇਂ ਵਾਸਤੇ, ਗੁਰੂ ਗੋਬਿੰਦ ਸਿੰਘ ਮਾਰ ਲਿਆ, ਪਰ ਜਦੋਂ ਸੱਚ ਸਾਹਮਣੇ ਆਇਆ ਹੋਵੇਗਾ ਤੇ ਵਜ਼ੀਰ ਖਾਂ ਦੀ ਕੀ ਹਾਲਤ ਹੋਈ ਹੋਵੇਗੀ। ਵਜ਼ੀਰ ਖਾਂ ਦੀ ਜਿਹੜੀ ਝੁੰਝਲਾਹਟ ਹੈ, ਉਹਦੀ ਛਟਪਟਾਹਟ ਹੈ ਜਿਹੜੀ, ਉਹਨੂੰ ਮਹਿਸੂਸ ਕਰਕੇ ਵੇਖੋ। ਇੰਨੀਆਂ ਕੁਰਬਾਨੀਆਂ ਹੋ ਕੇ ਵੀ ਜੇਤੂ ਕੌਣ ਹੈ ਤੇ ਹਾਰ ਕਿਹਦੀ ਹੈ? ਹਾਰ ਉਹਨਾਂ ਸ਼ਕਤੀਆਂ ਦੀ ਹੈ ਜਿਹੜੇ ਸੱਚ ਦੀ ਆਵਾਜ਼ ਨੂੰ ਖਤਮ ਕਰਨਾ ਚਾਹੁੰਦੇ ਨੇ। ਇੱਥੇ ਗੱਲ ਸਾਹਿਬਜ਼ਾਦਿਆਂ ਦੀ ਸ਼ਹਾਦਤ ਤੱਕ ਸੀਮਿਤ ਨਹੀਂ ਹੈ। ਇੱਥੇ ਉਹ ਆਵਾਜ਼ ਹੈ ਜਿਹੜੀ ਗੁਰੂ ਨਾਨਕ ਸਾਹਿਬ ਨੇ 1469 ਤੋਂ ਸ਼ੁਰੂ ਕੀਤੀ ਸੀ, ਮਨੁੱਖਤਾ ਦੇ ਵਿੱਚ ਆਜ਼ਾਦ ਹਸਤੀ ਦਾ ਜਜ਼ਬਾ ਪੈਦਾ ਕਰਨ ਵਾਸਤੇ। ਹਰ ਮਨੁੱਖ ਆਜ਼ਾਦ ਪੈਦਾ ਹੁੰਦਾ ਤੇ ਉਹਨੂੰ ਆਜ਼ਾਦੀ ਨਾਲ ਆਪਣਾ ਜ਼ਿੰਦਗੀ ਜਿਉਣ ਦਾ ਪੂਰਾ ਹੱਕ ਹੈ, ਤੇ ਉਸ ਹੱਕ ਨੂੰ ਭੋਗਣ ਦੇ ਲਈ ਜੇ ਰਸਤੇ 'ਚ ਕੋਈ ਰੁਕਾਵਟ ਆਉਂਦੀ ਹੈ ਤੇ ਉਹਨੂੰ ਦੂਰ ਕਰਨ ਦਾ ਵੀ ਉਹਦਾ ਫਰਜ਼ ਹੈ। ਉਹਨਾਂ ਰੁਕਾਵਟਾਂ ਨੂੰ ਦੂਰ ਕਰਨ ਦੇ ਰਸਤੇ ਤੇ ਚੱਲਦਿਆਂ ਹੀ ਇਹਨਾਂ ਦੀਆਂ ਸ਼ਹਾਦਤਾਂ ਹੋਈਆਂ। ਫਿਰ ਇੱਥੇ ਵਜ਼ੀਰ ਖਾਂ ਦੀ ਹਾਰ ਹੋਈ, 10ਵੇਂ ਪਾਤਸ਼ਾਹ ਸਹੀ ਸਲਾਮਤ ਨਿਕਲ ਗਿਆ। ਬਹੁਤੀ ਦੂਰ ਤਾਂ ਨਹੀਂ ਨਾ ਉੱਥੋਂ ਗਨੀ ਖਾਂ ਤੇ ਨਵੀ ਖਾਂ ਦਾ ਡੇਰਾ, ਬਹੁਤਾ ਦੂਰ ਤਾਂ ਨਹੀਂ ਆਲਮਗੀਰ ਲੁਧਿਆਣੇ ਦੇ ਲਾਗੇ ਵਾਲਾ, ਤੇ ਬਹੁਤਾ ਦੂਰ ਨਹੀਂ ਰਾਏ ਕੱਲੇ ਦਾ ਰਾਏਕੋਟ ਜਿੱਥੇ 10ਵੇਂ ਪਾਤਸ਼ਾਹ ਬੈਠੇ ਨੇ। ਉਸ ਦੇ ਬਾਵਜੂਦ ਵੀ ਜਹਾਂ ਉਹਦਾ ਵਜ਼ੀਰ ਖਾਂ ਤੇ ਉਹਦੀਆਂ ਫੌਜਾਂ ਜਾਂ ਫੌਜੀ ਸਰਦਾਰਾਂ ਦਾ, ਸੂਬੇਦਾਰਾਂ ਦਾ ਕਿਸੇ ਦਾ ਹੌਸਲਾ ਨਹੀਂ ਪੈਂਦਾ। ਕਿੰਨੇ ਮਹੀਨੇ ਲੱਗਦੇ ਨੇ ਉਸ ਤੋਂ ਬਾਅਦ ਉੱਥੇ ਮੁਕਤਸਰ ਵਾਲੀ ਲੜਾਈ ਨੂੰ, ਕੋਟਕਪੂਰੇ ਤੋਂ ਬਾਹਰ ਅੱਗੇ ਲੰਘ ਕੇ ਕਿੰਨੇ ਮਹੀਨੇ ਲੱਗ ਜਾਂਦੇ ਨੇ ਉੱਥੇ ਪਹੁੰਚਣ ਲਈ। ਤੇ 10 ਲੱਖ ਦੀ ਫੌਜ ਦੇ ਵਿੱਚੋਂ 7000 ਹੀ ਘੇਰਾ ਪਾ ਕੇ ਪਹੁੰਚਦਾ ਉੱਥੇ ਵਜ਼ੀਰ ਖਾਂ ਦੀ ਕਮਾਨ ਥੱਲੇ ਉਹਨਾਂ ਨੂੰ ਫੜਨ ਵਾਸਤੇ। ਬੇਸ਼ੱਕ ਉੱਥੇ ਸਫਲ ਨਹੀਂ ਹੋ ਸਕਦਾ, ਉੱਥੇ ਵੀ ਉਹਨੂੰ ਮੂੰਹ ਦੀ ਖਾਣੀ ਪੈਂਦੀ ਹੈ। ਇੱਥੇ ਜਿਹੜੀ ਗੱਲ ਜਦੋਂ ਨਿਰੀਖਣ ਕਰਦੇ ਹਾਂ ਅਸੀਂ, ਮੈਂ ਕੁਝ ਮਿੰਟਾਂ 'ਚ ਇਹਨੂੰ ਗੱਲ ਨੂੰ ਸਮੇਟ ਦੇਣਾ, ਫਿਰ ਤੁਹਾਡੇ ਨਾਲ ਗੱਲਬਾਤ ਕਰਦੇ ਹਾਂ। ਉਹਦੇ ਪਿੱਛੇ ਸਾਰੀ ਸੋਚ ਜਿਹੜੀ ਗੁਰੂ ਨਾਨਕ ਸਾਹਿਬ ਨੇ ਦਿੱਤੀ ਮਨੁੱਖਤਾ ਦੀ ਆਜ਼ਾਦੀ ਵਾਸਤੇ, ਉਹ ਆਜ਼ਾਦੀ ਸਮਾਜਿਕ ਬੰਧਨਾਂ ਤੋਂ ਹੈ, ਉਹ ਆਜ਼ਾਦੀ ਆਰਥਿਕ ਗੁਲਾਮੀ ਤੋਂ ਹੈ, ਉਹ ਆਜ਼ਾਦੀ ਕਰਮਕਾਂਡੀ ਧਾਰਮਿਕ ਆਗੂ ਦੇ ਫੈਲਾਏ ਹੋਏ ਭਰਮ ਜਾਲ ਤੋਂ ਹੈ। ਅਸੀਂ ਨਹੀਂ ਸਵੀਕਾਰਦੇ। ਅਸੀਂ ਤਾਂ ਅਕਾਲ ਅਕਾਲ ਗਾਉਣ ਵਾਲੇ ਲੋਕ ਹੈ। ਜਦੋਂ ਕੱਲਾ ਕੱਲਾ ਸਿੰਘ ਮੈਦਾਨ ਦੇ ਵਿੱਚ ਜਾ ਕੇ ਜੰਗਲਾਂ ਵਿੱਚ ਜੂਝਦਾ, ਜਦੋਂ ਇਹ ਗਾਉਂਦਾ ਹੈ, ਹਮਕੋ ਸਤਿਗੁਰ ਰਾਜ ਲਿਖ ਦਿਆ, हमको सतगुर राज लिख दिया, खालसे दे भेट सिर लिया। ਜਿਹੜਾ ਸਤਿਗੁਰੂ ਨੇ ਰਾਜ ਲਿਖ ਕੇ ਦਿੱਤਾ ਨਾ, ਖਾਲਸੇ ਨੇ ਆਪਣਾ ਸਿਰ ਭੇਟ ਕਰਕੇ ਲੈ ਲਿਆ। ਹਮ ਕਾਰਨ ਗੁਰ ਕੁਲੇ ਗਵਾਈ, ਹਮ ਕੁਲ ਬਚਾਏ ਕਵਨ ਬੜਾਈ। ਸਾਡੇ ਕਰਕੇ ਸਾਨੂੰ ਸਿਰ ਉੱਚਾ ਕਰਕੇ ਜਿਉਣ ਵਾਸਤੇ ਤੇ ਸਾਡੇ ਗੁਰੂ ਨੇ ਆਪਣੀ ਕੁਲ ਹੀ ਗਵਾ ਦਿੱਤੀ, ਕੁਲ ਸ਼ਹੀਦ ਕਰਵਾ ਦਿੱਤੀ। ਮੈਂ ਅੱਜ ਆਪਣੀ ਕੁਲ ਬਚਾਉਂਦਾ ਫਿਰਾਂ, ਇਹ ਕਿੱਥੋਂ ਦੀ ਵਡਿਆਈ ਹੈ। ਇਹਨਾਂ ਸ਼ਹੀਦੀਆਂ ਦੇ ਵਿੱਚੋਂ ਇੱਕ ਐਸੀ ਸਪਿਰਿਟ ਨਿਕਲੀ, ਉਹ ਜਿਹੜੀ ਸਪਿਰਿਟ ਹੈ ਉਹ ਗੁਰੂ ਦਾ ਜਿਹੜਾ ਸ਼ਬਦ ਹੈ, ਸ਼ਬਦ ਦਾ ਗਿਆਨ ਹੈ, ਉਹਦੇ ਰਾਹੀਂ ਉਹਦਾ ਅੰਦਰ ਪ੍ਰਪੱਕ ਕੀਤਾ ਗਿਆ। ਖਾਲਸਾ ਪੰਥ ਇੱਕ ਸੰਸਥਾ ਦੇ ਰੂਪ ਦੇ ਵਿੱਚ
ਇੱਕ ਤਾਕਤ ਦੇ ਰੂਪ ਦੇ ਵਿੱਚ ਜਿਹੜੀ ਸਾਹਮਣੇ ਆਈ ਸੰਸਾਰ ਦੇ ਵਿੱਚ, ਉਹਦੇ ਨਾਲ ਕੱਲਾ ਕੱਲਾ ਸਿੰਘ ਜਿਹੜਾ ਹੈ, ਚਾਹੇ ਉਹ ਬੋਤਾ ਸਿੰਘ ਗਰਜਾ ਸਿੰਘ ਬਣ ਕੇ ਹਕੂਮਤ ਨੂੰ ਬੰਗਾਰਦਾ ਹੈ, ਚਾਹੇ ਕੋਈ ਹੋਰ ਇਹੋ ਜਿਹਾ ਕੱਲਾ ਹੀ ਸਿੰਘ ਸਵਾ ਸਵਾ ਲੱਖ ਲੈ ਕੇ ਅਕਾਲ ਅਕਾਲ ਗਜਾ ਕੇ ਹਕੂਮਤ ਨੂੰ ਬੰਗਾਰਦਾ ਹੈ। ਇੱਥੇ ਗੱਲ ਸਿਰਫ ਰਾਜਨੀਤਿਕ ਲੜਾਈ ਤੱਕ ਸੀਮਤ ਨਹੀਂ ਹੈ। ਇੱਥੇ ਲੜਾਈ ਅਧਿਆਤਮਕ ਆਜ਼ਾਦੀ ਦੀ ਵੀ ਹੈ, ਧਾਰਮਿਕ ਆਜ਼ਾਦੀ ਦੀ ਵੀ ਹੈ, ਸਮਾਜਿਕ ਆਜ਼ਾਦੀ ਦੀ ਵੀ ਹੈ, ਆਰਥਿਕ ਆਜ਼ਾਦੀ ਦੀ ਵੀ ਹੈ। ਜਦੋਂ ਇਹ ਸਾਰਾ ਕੁਝ ਅਸੀਂ ਵੇਖਦੇ ਹਾਂ, ਪੰਥਕ ਸ਼ਕਤੀ ਜਿਹੜੀ ਹੈ ਉਹਦੀ ਤਾਕਤ ਹੈ, ਸ਼ਬਦ ਗੁਰੂ ਦੀ ਜਿਹੜੀ ਸੇਧ ਹੈ, ਗਿਆਨ ਹੈ, ਉਹਦੀ ਤਾਕਤ ਹੈ। ਤੇ ਉਹਨੂੰ ਜਦੋਂ ਅਸੀਂ ਅੱਜ ਨਾਲ ਕੰਪੇਅਰ ਕਰਕੇ ਵੇਖਦੇ ਹਾਂ ਤੇ ਇਹ ਗੱਲਾਂ ਸਾਡੇ ਵਾਸਤੇ ਚੁਣੌਤੀਆਂ ਦੇ ਰੂਪ ਦੇ ਵਿੱਚ ਸਾਡੇ ਸਾਹਮਣੇ ਖੜੀਆਂ ਨੇ। ਹਰ ਸਾਲ ਜਿਵੇਂ ਜਿਵੇਂ ਜਾਣਕਾਰੀ ਇਨਫੋਰਮੇਸ਼ਨ ਵੱਧਦੀ ਹੈ, ਚਾਹੇ ਸੋਸ਼ਲ ਮੀਡੀਆ ਰਾਹੀਂ ਜਾਂ ਹੋਰ ਤਰੀਕਿਆਂ ਨਾਲ, ਇਕੱਠ ਵੱਡੇ ਤੋਂ ਵੱਡੇ ਹੁੰਦੇ ਨੇ, ਸਮਾਗਮ ਵੱਡੇ ਤੋਂ ਵੱਡੇ ਹੁੰਦੇ ਨੇ, ਕਿੱਡੇ ਕਿੱਡੇ ਸਮਾਗਮ ਹੁੰਦੇ ਨੇ। ਕਈ ਜਗ੍ਹਾ ਦੇ ਉੱਤੇ ਸ਼ਹੀਦੀ ਸਫ਼ਰ ਚੱਲ ਰਿਹਾ, ਕਿਤੇ ਕਿਤੇ ਕੁਝ ਚੱਲ ਰਿਹਾ, ਕਿਤੇ ਕੁਝ ਚੱਲ ਰਿਹਾ। ਉਸ ਦੇ ਬਾਵਜੂਦ ਵੀ ਨਾ ਤੇ ਸ਼ਬਦ ਗੁਰੂ ਦੇ ਉੱਤੇ ਸਾਡੀ ਟੇਕ ਪੱਕੀ ਹੋ ਸਕੀ, ਤੇ ਨਾ ਹੀ ਉਹ ਜਿਹੜਾ ਗੁਰੂ ਖਾਲਸਾ ਪੰਥ ਦੀ ਤਾਕਤ ਸੀ ਉਹਨੂੰ ਅਸੀਂ ਪ੍ਰਗਟ ਕਰ ਸਕੇ। ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਕਿਵੇਂ ਅੱਜ ਉਹਦੇ ਉੱਤੇ ਪੰਥ ਵਿਰੋਧੀ ਤਾਕਤਾਂ ਹੀ ਕਾਬਜ ਹੋਈਆਂ ਹੋਈਆਂ। ਉਹ ਲੋਕ ਹੀ ਪੰਥਕ ਸ਼ਕਤੀਆਂ ਬਣੇ ਹੋਏ ਨੇ ਜਿਹੜੇ ਪੰਥਕ ਫੈਸਲਿਆਂ ਨੂੰ ਹੀ ਸਵੀਕਾਰ ਨਹੀਂ ਕਰਦੇ, ਜਿਨ੍ਹਾਂ ਬਾਰੇ ਗੁਰੂ ਸਾਹਿਬ ਜਿਉਂਦੇ ਰਾਮ ਰਾਈਏ, ਧੀਰ ਮਲੀਏ, ਪਿਰਥੀਏ, ਮੀਣੇ, ਮਸੰਦਾਂ ਦੀ ਕਲਾਸ ਦੇ ਵਿੱਚ ਖੜੇ ਕਰ ਗਿਆ ਸੀ। ਉਹਨਾਂ ਦੀ ਉਸੇ ਕਲਾਸ ਦੇ ਵਿੱਚ ਖੜੇ ਲੋਕ ਅੱਜ ਜਿਹੜੇ ਨੇ ਉਹ ਪੰਥਕ ਸਰੋਤ ਨੇ, ਜਿਹੜੇ ਪੰਥਕ ਸੰਸਥਾਵਾਂ ਨੇ, ਉਹਨਾਂ ਦੇ ਕਾਬਜ਼ ਬਣ ਕੇ ਉਹ ਜਿਹੜੀ ਗੁਰੂ ਖਾਲਸਾ ਪੰਥ ਦੀ ਤਾਕਤ ਹੈ ਉਹਦਾ ਘਾਣ ਕਰ ਰਹੇ ਨੇ। ਇਹ ਸਾਡੀ ਜਨਰੇਸ਼ਨ ਦੇ ਚੈਲੰਜਸ ਨੇ। ਇਹ ਜਦੋਂ ਸਾਹਿਬਜ਼ਾਦਿਆਂ ਦੀ, ਮਾਤਾ ਜੀ ਦੀ, ਬਾਕੀ ਸਿੰਘਾਂ ਦੀ ਕਿਸੇ ਵੀ ਤੌਰ ਦੇ ਉੱਤੇ, ਕਿਸੇ ਵੀ ਸ਼ੇਪ ਦੇ ਵਿੱਚ, ਕਿਸੇ ਵੀ ਸ਼ਕਲ ਦੇ ਵਿੱਚ, ਕਿਸੇ ਵੀ ਸਿੰਘ ਦੀ ਕੁਰਬਾਨੀ ਸਾਹਿਬਜ਼ਾਦਾ ਅਜੀਤ ਸਿੰਘ ਨਾਲੋਂ ਘੱਟ ਨਹੀਂ ਹੈ, ਸਾਹਿਬਜ਼ਾਦਾ ਜੁਝਾਰ ਸਿੰਘ ਨਾਲੋਂ ਘੱਟ ਨਹੀਂ ਹੈ, ਸਾਹਿਬਜ਼ਾਦਾ ਜੋਰਾਵਰ ਸਿੰਘ, ਫਤਿਹ ਸਿੰਘ, ਮਾਤਾ ਗੁਜਰੀ ਜੀ ਨਾਲੋਂ ਘੱਟ ਨਹੀਂ ਹੈ। ਹਰ ਇੱਕ ਦੀ ਕੁਰਬਾਨੀ ਆਪਣੇ ਆਪਣੇ ਤੌਰ ਤੇ ਅਹਿਮ ਹੈ ਤੇ ਮਹਾਨ ਹੈ। ਹਰ ਇੱਕ ਦੀ ਮਹਾਨ ਹੈ। ਹਰ ਕੋਈ ਆਪਣੇ ਆਪਣੇ ਥਾਂ ਤੇ ਜਿੱਥੇ ਜਿੱਥੇ ਕੋਈ ਬੈਠਾ, ਜਿਹੜੇ ਜਿਹੜੇ ਹਾਲਤ ਉਹਦੇ ਸਾਹਮਣੇ ਆਏ ਹੈ, ਉਹਨਾਂ ਹਾਲਤਾਂ ਨੂੰ ਗੁਰੂ ਸ਼ਬਦ ਦੀ ਰੌਸ਼ਨੀ 'ਚ, ਗੁਰੂ ਖਾਲਸਾ ਪੰਥ ਦੀਆਂ ਰਵਾਇਤਾਂ ਅਨੁਸਾਰ ਉਹਦਾ ਟਾਕਰਾ ਕਰ ਰਿਹਾ ਹੈ। 1704 ਦੇ ਵਿੱਚ ਅੱਜ ਉਸੇ ਸਪਿਰਿਟ ਦੀ ਲੋੜ ਹੈ, ਅੱਜ ਉਸੇ ਸੋਚ ਦੀ ਲੋੜ ਹੈ। ਅੱਜ ਦੁਬਾਰਾ ਫੇਰ ਉਹ ਲੜਾਈ ਲੜਨ ਦੀ ਲੋੜ ਹੈ। ਅੱਜ ਦੀ ਲੜਾਈ ਹਥਿਆਰਾਂ ਦੀ ਲੜਾਈ ਨਹੀਂ ਹੈ, ਅੱਜ ਦੀ ਲੜਾਈ ਵਿਚਾਰਾਂ ਦੀ ਲੜਾਈ ਹੈ। ਉਹ ਉਦੋਂ ਤੱਕ ਨਹੀਂ ਲੜ ਸਕਾਂਗੇ ਜਦੋਂ ਤੱਕ ਆਪਣੇ ਅੰਦਰੋਂ ਅਸੀਂ ਆਪਣੇ ਆਪ ਨੂੰ ਪੱਕਾ ਨਹੀਂ ਕਰਾਂਗੇ। ਸਾਡੀ ਵੀ ਸ਼ਕਤੀ ਦਾ ਸਰੋਤ, ਤਾਕਤ ਦਾ ਸਰੋਤ ਗੁਰੂ ਸ਼ਬਦ ਤੇ ਗੁਰੂ ਖਾਲਸਾ ਪੰਥ ਐਜ਼ ਏ ਜਥੇਬੰਦੀ ਉਹੀ ਹੋਣਾ ਚਾਹੀਦਾ ਹੈ। ਫੇਰ ਹੀ ਜਿਹੜੇ ਅੱਜ ਦੇ ਚੈਲੰਜਸ ਨੇ ਉਹਦਾ ਟਾਕਰਾ ਕੀਤਾ ਜਾ ਸਕਦਾ ਹੈ। ਮੈਂ ਆਪਣੀ ਅੰਦਾਜ਼ੇ ਤੋਂ 5 ਮਿੰਟ ਵੱਧ ਲੈ ਗਿਆ, ਮੈਂ ਇੱਥੇ ਸਮਾਪਤੀ ਕਰਨੀ ਆ। ਹੁਣ ਤੁਹਾਡੇ ਨਾਲ ਜਿਹੜੀ ਹੋਰ ਕੋਈ ਗੱਲਬਾਤ ਹੋਏਗੀ ਜਾਂ ਜਿਹੜੀ ਕੋਈ ਗੱਲ ਮੇਰੇ ਕੋਲ ਰਹਿ ਗਈ ਹੋਵੇਗੀ ਤੁਸੀਂ ਸਾਂਝੀ ਕਰਨੀ ਚਾਹੋਗੇ, ਉਹਦੇ ਵਾਸਤੇ ਕੁਝ ਮਿੰਟ ਬਚਦੇ ਨੇ। ਮੈਨੂੰ ਤੁਸੀਂ ਇੱਥੇ ਹੀ ਖਿਮਾ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।